मेरा भारत देश महान है, ਇੱਥੇ ਗਰੀਬਾਂ ਦੀ ਗਰੀਬੀ ਦੂਰ ਨਹੀਂ ਕੀਤੀ ਜਾਂਦੀ। ਕਿਤੇ ਟਰੰਪ ਸਾਹਿਬ ਇੰਡੀਆ ਆ ਕੇ ਗਰੀਬਾਂ ਨੂੰ ਨਾ ਦੇਖ ਲੈਣ, ਖੜੀ ਕੀਤੀ ਜਾਂਦੀ ਹੈ ਕੰਧ। ਦੋਸਤੋ, ਪਰ ਹਾਲ ਦੀ ਘੜੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਉਹ ਇਹ ਹੈ ਕਿ ਪੰਜਾਬ ਵਿੱਚ ਦੁਕਾਨਾਂ 6 ਵਜੇ ਨਹੀਂ 5 ਵਜੇ ਹੋਣਗੀਆਂ ਬੰਦ। ਦੋਸਤੋ, ਪੀਵਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਇਸ ਸਮੇਂ ਕੋਠੀ ਰੋਡ ਤੇ ਮੌਜੂਦ ਹਾਂ ਜੀ, ਔਰ ਸਾਡੇ ਕੋਲ ਇਹ ਲੈਟਰ ਵੀ ਹੈ ਜੀ ਗਵਰਨਮੈਂਟ ਆਫ ਪੰਜਾਬ ਵੱਲੋਂ, ਔਰ ਇਸ ਦੇ ਆਧਾਰ ਤੇ ਇਹ ਕਿਹਾ ਜਾਂਦਾ ਹੈ ਕਿ ਸ਼ਾਪਸ ਜਿਹੜੀਆਂ ਨੇ ਉਹ 5 ਵਜੇ ਬੰਦ ਹੋਣੀਆਂ ਚਾਹੀਦੀਆਂ ਨੇ। ਮੈਂ ਇੱਕ ਵਾਰੀ ਪੜ੍ਹ ਕੇ ਦੱਸ ਦਿੰਦਾ ਡਿਟੇਲ। ਇੱਕ ਵਾਰੀ ਆਪਾਂ ਜਿਹੜੇ ਵੀ ਸਾਡੇ ਤੱਕ ਪੇਪਰ ਪਹੁੰਚਿਆ, ਜਿਹੜਾ ਪੇਪਰ ਸਾਡੇ ਤੱਕ ਪਹੁੰਚਿਆ, ਲੈਟਰ ਪਹੁੰਚੀ ਹੈ, ਇੱਕ ਵਾਰੀ ਜੋ ਸ਼ਾਪਕੀਪਰਸ ਨੇ ਜੋ ਉਹਨਾਂ ਤੱਕ ਖਬਰ ਪਹੁੰਚਾਣੀ ਉਹ ਪਹੁੰਚਾ ਦੀ। ਉਸ ਤੋਂ ਬਾਅਦ ਆਪਾਂ ਗੱਲਬਾਤ ਵੀ ਕਰਨੀ ਹੈ, ਕੋਠੀ ਰੋਡ ਵੀ ਦਿਖਾਉਣਾ ਹੈ ਤੁਹਾਨੂੰ, ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਉਣੀ ਹੈ। ਤਾਂ ਮੈਂ ਜਿਹੜੀ ਮੇਨ ਪਾਰਟ ਨੇ ਉਹੀ ਪੜਾਂਗਾ, ਸਾਰਾ ਪੜ੍ਹਨ ਦੀ ਜ਼ਰੂਰਤ ਨਹੀਂ ਕਿਉਂਕਿ ਪੇਪਰ ਤੁਸੀਂ ਦੇਖ ਲਓ ਕਿ 2 ਪੇਪਰ ਨੇ। ਅਗਰ ਸਾਰਾ ਪੜਾਂਗਾ ਤਾਂ ਸਾਰਾ ਲਾਈਵ ਇਹਦੇ 'ਤੇ ਹੀ ਚਲੇ ਜਾਏਗਾ। ਸ਼ਿਖਾ, ਅਗਰ ਇਹਨੂੰ ਪੜ੍ਹੀਏ ਤਾਂ in addition to restrictions as imposed by the letter referred to herein above, the following additional restrictions shall be strictly and meticulously। ਮੈਟੀਕੂਲਸ ਦਾ ਮਤਲਬ ਹੁੰਦਾ ਕਿ ਜਿਹੜੀ ਕਿਸੇ ਚੀਜ਼ ਤੇ ਜ਼ਿਆਦਾ ਅਸੀਂ ਅਟੈਂਸ਼ਨ ਦਿੰਦੇ ਹਾਂ, ਸਾਵਧਾਨੀ ਲੈਣੀ ਆ, ਤਾਂ ਮੈਟੀਕੂਲਸਲੀ ਇਨਫੋਰਸਡ ਥਰੂ ਆਊਟ ਦਾ ਸਟੇਟ 27 April 2020 till further orders। ਮਤਲਬ ਇਹਦੇ 'ਚ ਇਹ ਲਿਖਿਆ ਆ ਕਿ ਇਸ ਚੀਜ਼ ਨੂੰ ਜ਼ਿਆਦਾ ਸਾਵਧਾਨੀ ਵਰਤਣਾ ਚਾਹੁੰਦੇ ਇਹਦੇ ਉੱਤੇ, ਔਰ ਇਹਦੇ 'ਤੇ ਜ਼ਿਆਦਾ ਅਟੈਂਸ਼ਨ ਦਿੱਤੀ ਜਾ ਰਹੀ ਹੈ। ਜਿਹੜੇ ਨਵੇਂ ਰੂਲ ਬਣਾਏ ਨੇ 27 ਤਰੀਕ ਤੋਂ ਇਹ ਲਾਗੂ ਹੋ ਜਾਣਗੇ। ਰੂਲ ਕੀ ਹੈ ਮੈਂ ਤੁਹਾਨੂੰ ਸਮਝਾ ਦਿੰਦਾ। ਸਾਡਾ ਮੇਨ ਕਾਰਨ ਵੀ ਇਹੀ ਹੈ ਕਿ ਅਸੀਂ ਕੋਠੀ ਰੋਡ 'ਤੇ ਆ ਕੇ ਜਿਹੜਾ ਇਹ ਲੈਟਰ ਨੂੰ ਪੜ੍ਹ ਰਹੇ ਹਾਂ ਤਾਂ ਕਿ ਦੁਕਾਨਦਾਰਾਂ ਤੱਕ ਆਵਾਜ਼ ਹੈ ਜਿਹੜੀ ਪਹੁੰਚ ਸਕੇ, ਕਿਉਂਕਿ ਹੁਣ ਸਮਾਨ ਸਮੇਟਣਾ ਸ਼ੁਰੂ ਕਰ ਦਿਓ, ਕਿਉਂਕਿ 5 ਵਜੇ ਦਾ ਕਿਹਾ, ਥੋੜ੍ਹੀ ਦੇਰ 'ਤੇ ਪੁਲਿਸ ਕਰਮਚਾਰੀਆਂ ਨੇ ਵੀ ਆ ਜਾਣਾ ਅਨਾਊਂਸ ਕਰਨ। ਤਾਂ ਸ਼ਾਪਕੀਪਰਸ ਲਈ ਰੂਲ ਹੈ ਕੀ ਹੈ? ਆਲ ਸ਼ਾਪਸ ਇਨਕਲੂਡਿੰਗ ਦੋਜ਼ ਇਨ ਮਾਲਸ, ਸ਼ਾਪਸ ਜਿਹੜੀਆਂ ਨੇ ਤੇ ਉਹ ਵੀ ਸ਼ਾਪਸ ਜਿਹੜੀਆਂ ਮਾਲਸ ਵਿੱਚ ਨੇ ਐਂਡ ਮਲਟੀਪਲੈਕਸਿਸ ਵਿੱਚ ਨੇ, ਜਿਹੜੀਆਂ ਮਲਟੀਪਲੈਕਸਿਸ ਵਿੱਚ ਵੀ ਨੇ ਔਰ ਆਮ ਸ਼ਾਪਸ ਵੀ ਨੇ, ਟੂ ਕਲੋਜ਼ ਐਵਰੀ ਡੇ ਬਾਏ 5 PM ਵਿਦ ਹੋਮ ਡਿਲੀਵਰੀ ਅਲਾਊਡ ਅਪ ਟੂ 9। ਮਤਲਬ ਦੁਕਾਨਾਂ 5 ਵਜੇ ਤੋਂ ਬੰਦ ਕਰਨੀਆਂ ਨੇ, ਹੋਮ ਡਿਲੀਵਰੀ ਜਿਹੜੀ ਹੈ ਉਹ 9 ਵਜੇ ਤੱਕ ਚੱਲ ਸਕਦੀ ਹੈ। ਡੇਲੀ ਨਾਈਟ ਕਰਫਿਊ ਆਲਰੇਡੀ ਇਨਫੋਰਸ ਫਰੋਮ 8 PM to 5 AM ਸ਼ੈਲ ਨਾਓ ਬੀ ਫਰੋਮ 6 PM to 5 AM। ਮਤਲਬ ਹੁਣ ਜਿਹੜਾ ਕਰਫਿਊ ਆ ਉਹ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਹੇਗਾ। ਔਰ ਜਿਵੇਂ ਇਹਦੇ ਵਿੱਚ ਆਪਾਂ ਪੜ੍ਹ ਕੇ ਦੱਸ ਦਿੱਤਾ ਹੈ ਕਿ ਡਿਲੀਵਰੀ ਜਿਹੜੀ ਆ 9 ਵਜੇ ਤੱਕ ਰਹੇਗੀ ਸ਼ਾਮ ਦੇ, ਔਰ ਕਰਫਿਊ ਜਿਹੜਾ ਆ ਉਹ 6 ਵਜੇ ਸ਼ੁਰੂ ਹੋ ਜਾਏਗਾ। ਲੇਕਿਨ ਦੁਕਾਨਾਂ ਸ਼ੀਖਾ 5 ਵਜੇ ਬੰਦ ਹੋਣਗੀਆਂ ਔਰ 6 ਵਜੇ ਤੱਕ ਦੁਕਾਨਦਾਰਾਂ ਨੇ ਸੈਟਲ ਹੋ ਕੇ ਆਪਣੇ ਟਿਕਾਣੇ ਤੱਕ ਪਹੁੰਚਣਾ। ਹਾਲਾਂਕਿ ਜਿਹੜੇ ਬੱਸਿਸ ਵਿੱਚ ਨੇ, ਬੱਸਿਸ ਤੋਂ ਟਰੈਵਲ ਕਰਕੇ ਆ ਰਹੇ ਨੇ, ਜਿਹੜੇ ਰੇਲਵੇਜ਼ 'ਚੋਂ ਆ ਰਹੇ ਨੇ ਜਾਂ 에ਅਰਪਲੇਨ ਤੋਂ ਆ ਰਹੇ ਨੇ, ਉਹਨਾਂ ਨੂੰ ਛੂਟ ਹੈ ਆਪਣੇ ਟਿਕਾਣੇ ਤੱਕ ਪਹੁੰਚਣ ਦੀ, ਬਟ ਬਸ਼ਰਤੇ ਉਹ ਵੈਲਿਡ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਬੱਸ ਦੀ ਟਿਕਟ ਹੋਣੀ ਚਾਹੀਦੀ ਹੈ, ਰੇਲਵੇ ਦੀ ਟਿਕਟ ਹੋਣੀ ਚਾਹੀਦੀ, 에ਅਰ ਦੀ ਟਿਕਟ ਹੋਣੀ ਚਾਹੀਦੀ ਹੈ। ਪਰ ਜੀ ਮੈਂ ਜ਼ਰੂਰ ਕਹੂੰਗਾ ਸਾਡੇ ਸਹਿਯੋਗੀ ਨੂੰ ਪੇਪਰ ਲੈ ਲਓ, ਕਿਉਂਕਿ ਜਿਹੜੀ ਮੇਨ ਖਬਰ ਸੀ ਟੈਕਨੀਕਲ ਸੀ ਉਹ ਤੁਹਾਡੇ ਤੱਕ ਪਹੁੰਚਾਉਣੀ ਸੀ। ਸੋ 5 ਵਜੇ ਦੁਕਾਨਾਂ ਜਿਹੜੀਆਂ ਇਹਨਾਂ ਦੇ ਕਹਿਣ ਦੇ ਮੁਤਾਬਕ, ਜਿਵੇਂ ਇਹ ਸ਼ਬਦ ਵਰਤਦੇ ਨੇ ਕਿ ਵਧਾਉਣੀਆਂ ਨੇ, ਤਾਂ 5 ਵਜੇ ਵਧਾਉਣੀਆਂ ਪੈਣਗੀਆਂ। 6 ਵਜੇ ਤੱਕ ਇਹਨਾਂ ਨੇ ਆਪਣੇ ਟਿਕਾਣੇ 'ਤੇ ਪਹੁੰਚਣਾ ਹੈ, ਕਿਉਂਕਿ ਕੱਲ੍ਹ ਤੱਕ ਇਹ ਖਬਰ ਪਹੁੰਚ ਰਹੀ ਸੀ ਕਿ 6 ਵਜੇ ਦੁਕਾਨਾਂ ਬੰਦ ਕਰਨੀਆਂ ਨੇ। ਲੇਕਿਨ ਹੁਣ ਖਬਰ ਇਹ ਆਈ ਹੈ ਕਿ 5 ਵਜੇ ਇਹਨੂੰ ਕਨਫਰਮ ਵੀ ਕਰ ਲਿਆ ਜੀ। ਨਵਾਂ ਸ਼ਹਿਰ ਦੇ ਪ੍ਰਧਾਨ ਹੋਣਾ ਨਾਲ ਵੀ ਗੱਲ ਹੋ ਗਈ ਹੈ, ਵਪਾਰ ਮੰਡਲ ਨਾਲ ਵੀ ਗੱਲ ਹੋ ਗਈ ਹੈ। ਇਹ ਚੀਜ਼ ਕਨਫਰਮ ਹੈ ਕਿ 5 ਵਜੇ ਦੁਕਾਨਾਂ ਵਧਾਉਣੀਆਂ ਨੇ। ਨਵਾਂ ਸ਼ਹਿਰ ਦੇ SHO ਸਾਹਿਬ ਨਾਲ ਵੀ ਗੱਲ ਹੋ ਗਈ ਹੈ ਪ੍ਰਧਾਨ ਜੀ ਦੀ, ਤੇ ਥੋੜ੍ਹੀ ਦੇਰ 'ਤੇ ਪੁਲਿਸ ਕਰਮਚਾਰੀ, ਪੁਲਿਸ ਮੁਲਾਜ਼ਮ ਇਸ ਚੀਜ਼ ਨੂੰ ਆਮ ਜਨਤਾ ਨੂੰ ਦੱਸਦੇ ਵੀ ਨਜ਼ਰ ਆਉਣਗੇ। ਤਾਂ 5 ਵਜੇ ਸ਼ਾਪਸ ਨੂੰ ਵਧਾਉਣਾ ਹੈ ਔਰ 6 ਵਜੇ ਤੱਕ ਕਰਫਿਊ ਪੂਰਾ ਲੱਗ ਜਾਣਾ ਹੈ। ਜੀ ਸ਼ਿਖਾ, ਤੁਸੀਂ ਕਮੈਂਟਸ ਬੜੇ ਪੜ੍ਹੇ ਨੇ ਅੱਜ, ਜਿਹੜੀ ਅਸੀਂ ਪੋਸਟ ਪਾਈ ਸੀ, ਆਮ ਜਨਤਾ ਦਾ ਕੀ ਕਹਿਣਾ ਹੈ? ਬਿਲਕੁਲ ਸੂਰੀ ਸਾਹਿਬ, ਜਿਹੜੀ ਆਮ ਜਿਹੜੇ ਲੋਕ ਨੇ, ਜਿਹੜੀ ਜਨਤਾ ਨੇ ਉਹ ਨਿਰਾਸ਼ ਹੁੰਦੀ ਨਜ਼ਰ ਆਉਂਦੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਹੁਣ ਜਿਹੜੀ ਸਰਕਾਰ ਆ ਹਦਾਇਤਾਂ ਜਿਹੜੀ ਲਗਾ ਰਹੀ ਹੈ, ਹੁਣ ਕਰਫਿਊ ਦਾ ਟਾਈਮ ਵੀ ਉਹਨਾਂ ਨੇ ਵਧਾ ਦਿੱਤਾ ਹੈ। ਹੁਣ 5 ਵਜੇ ਜਿਹੜੀਆਂ ਦੁਕਾਨਾਂ ਬੰਦ ਕੀਤੀਆਂ ਨੇ। ਲੋਕਾਂ ਦੇ ਕਮੈਂਟ ਥੱਲੇ ਆ ਰਹੇ ਨੇ ਕਿ ਸਿਰਫ ਗਰੀਬਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅਮੀਰ ਲੋਕਾਂ ਨੂੰ ਫਰਕ ਨਹੀਂ ਪੈਣਾ। ਮੈਨੂੰ ਇੱਕ ਕਮੈਂਟ ਯਾਦ ਆ ਗਿਆ ਜੀ, ਕਹਿੰਦੇ ਕੈਪਟਨ ਸਾਹਿਬ ਕਹਿੰਦੇ ਸੀ ਘਰ ਘਰ ਰੋਜ਼ਗਾਰ ਦੇਵਾਂਗੇ। ਘਰ ਘਰ ਉਹ ਸਰਕਾਰੀ ਰੋਜ਼ਗਾਰ ਤਾਂ ਨਹੀਂ ਮਿਲਿਆ, ਲੇਕਿਨ ਟਾਈਮਿੰਗ ਸਰਕਾਰ ਵਾਲੀ ਕਰ ਦਿੱਤੀ ਹੈ 10 ਤੋਂ 5 ਕਿ 10 ਵਜੇ ਦੁਕਾਨ ਖੋਲ੍ਹੋ, ਸ਼ਾਮੀ 5 ਵਜੇ ਬੰਦ ਕਰ ਦਿਓ। ਹਲੇ ਆਦਤ ਪਾ ਰਹੇ ਆ, ਸ਼ਾਇਦ ਟਰਾਇਲ ਕਰ ਰਹੇ ਆ ਕਿ ਘਰ ਘਰ ਦੇ ਨੂੰ ਆਦਤ ਪੈ ਜਾਵੇ ਕਿ 10 ਤੋਂ 5 ਤੁਸੀਂ ਆਉਣਾ ਹੈ ਜੀ ਆਪਣੀ ਦੁਕਾਨ 'ਤੇ ਵੀ, ਸ਼ਾਪ 'ਤੇ
ਤੇ ਉਹੀ ਸਰਕਾਰੀ ਜਿਹੜੇ ਨੌਕਰੀ ਹੁੰਦੀ ਹੈ ਕਿ 10 ਤੋਂ 5 ਦੀ ਹੈ, ਫਿਰ 6 ਵਜੇ ਤੱਕ ਘਰ ਪਹੁੰਚਣਾ ਹੈ ਜੀ ਸ਼ਿਖਾ। ਲੋਕਾਂ ਦੇ ਇਹ ਵੀ ਕਮੈਂਟ ਆ ਰਹੇ ਨੇ ਕਿ ਸਿਰਫ ਗਰੀਬਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਮੀਰਾਂ ਨੂੰ ਬਿਲਕੁਲ ਫਰਕ ਨਹੀਂ ਪਵੇਗਾ ਕਿਉਂਕਿ ਉਹਨਾਂ ਕੋਲ ਪੈਸੇ ਨੇ, ਪਰ ਜਿਨ੍ਹਾਂ ਨੇ ਰੋਜੀ ਰੋਟੀ ਸਿਰਫ ਆਪਣੇ ਕੰਮਾਂ ਕਰਦਾ ਤੋਂ ਇਹਨਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਇਹਨਾਂ ਨੂੰ ਜਾਣਦਾ ਵੀ ਆ ਜੀ, ਸਾਡੇ ਆਪਣੇ ਬੜੇ ਕਲੋਜ਼ ਨੇ। 1 ਸੈਕਿੰਡ ਲਈ ਆ ਜਾਓ। ਸ਼ਾਪ ਹੁਣ 5 ਵਜੇ ਬੰਦ ਕਰਨੀ ਪੈਣੀ ਹੈ, 5 ਵਜੇ ਤੱਕ। ਕਿਵੇਂ ਜਿਹੜਾ ਤੁਹਾਡਾ ਵਪਾਰ ਹੈ ਉਹਨੂੰ ਘਾਟਾ ਪਏਗਾ? ਚਲੋ ਇਹ ਖੁਸ਼ ਨੇ, ਕਹਿੰਦੇ ਜੀ ਅਸੀਂ ਕਰੋਨਾ ਤੋਂ ਬਚਣਾ, ਪਰ ਮਾਸਕ ਨਹੀਂ ਪਾਇਆ। ਕਰੋਨਾ ਤੋਂ ਬਚੋਗੇ ਤਾਂ ਜੇ ਮਾਸਕ ਪਾਉਂਗੇ। ਔਰ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਵਾਂ ਜੀ ਕਿ ਜਿਹੜੀ ਆਮ ਜਨਤਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਪੂਰਾ ਦਿਨ ਆ ਉਸ ਵੇਲੇ ਕਰੋਨਾ ਨੂੰ ਅਸੀਂ ਨਹੀਂ ਰੋਕ ਪਾਉਂਦੇ ਤਾਂ 6 ਵਜੇ ਤੋਂ ਬਾਅਦ ਕਿਵੇਂ ਰੋਕਾਂਗੇ? ਹਾਲਾਂਕਿ ਜਨਤਾ ਦੀ ਰਾਏ ਹੈ, ਆਮ ਪਬਲਿਕ ਦੀ ਰਾਏ ਹੈ ਠੀਕ ਹੈ, ਕਿਉਂਕਿ ਉਹਨਾਂ ਦਾ ਕਹਿਣਾ ਕਿ ਅਗਰ ਅਸੀਂ ਇਸ ਤਰ੍ਹਾਂ ਸਿਚੁਏਸ਼ਨ ਨੂੰ ਕ੍ਰੀਏਟ ਕਰਾਂਗੇ ਤਾਂ ਲੋਕੀ ਪੈਨਿਕ ਹੋਣਗੇ, ਡੈਫੀਨੇਟਲੀ ਉਹਦੇ ਨਾਲ ਰਸ਼ ਵਧੇਗਾ। ਬਟ ਹਾਲ ਦੀ ਘੜੀ ਅਸੀਂ ਦੇਖ ਰਹੇ ਹਾਂ ਬਹੁਤਾ ਰਸ਼ ਨਹੀਂ ਹੈ। ਇਹਦਾ ਇੱਕ ਕਾਰਨ ਇਹ ਵੀ ਹੈ ਕਿ ਇੱਥੋਂ ਦਾ ਸਾਰਾ ਯੂਥ ਤਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਿੱਚ ਬੈਠਾ ਹੈ, ਪਰ ਫਿਰ ਵੀ ਉਨੀ ਚਹਿਲ ਪਹਿਲ ਨਹੀਂ ਹੈ। ਲੇਕਿਨ ਅਸੀਂ ਵੀ ਚਾਹੁੰਦੇ ਹਾਂ ਕਿ ਪੈਨਿਕ ਕ੍ਰੀਏਟ ਨਾ ਹੋਵੇ, ਜਿਹੜੇ ਘਰ ਬੈਠੇ ਨੇ ਉਹ ਘਰ ਰਹਿਣ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਕਰੋਨਾ ਨਹੀਂ ਹੈਗਾ, ਲੇਕਿਨ ਤੁਹਾਨੂੰ ਪਤਾ ਸਾਡੇ ਸਹਿਯੋਗੀ ਸਾਡੇ ਨੂੰ ਜਾਣਦੇ ਚੰਦਨਪ੍ਰੀਤ ਉਹ ਜਿਹੜੇ ਖੁਦ ਰਿਪੋਰਟਰ ਨੇ ਫਗਵਾੜੇ ਤੋਂ ਨੇ, ਉਹ ਵੀ ਜਿਹੜੇ ਸੰਕਰਮਿਤ ਹੋ ਗਏ ਨੇ, ਪੀੜਤ ਹੋ ਗਏ ਨੇ, ਤਾਂ ਉਹਨਾਂ ਦੀ ਅੱਜ ਸਾਡੇ ਨਾਲ ਗੱਲ ਹੋਈ। ਉਹ ਜਿਵੇਂ ਦੱਸਦੇ ਸੀ ਕਿ ਬੜਾ ਮੁਸ਼ਕਿਲ ਹੈ, ਤੁਰਨ ਫਿਰਨ 'ਚ ਬੜੀ ਤਕਲੀਫ ਆ ਰਹੀ ਹੈ, ਕਿਉਂਕਿ ਉਹ ਵੀ ਬਿਲਕੁਲ ਨਹੀਂ ਸੀ ਮੰਨਦੇ ਕਰੋਨਾ ਹੈ। ਤਾਂ ਜਿਹੜਾ ਇਹਦੇ ਲਈ ਇਹਦੇ ਅੰਡਰ ਆ ਜਾਂਦਾ ਹੈ, ਜਿਹੜਾ ਇਹਦੇ ਵਿੱਚ ਫਸ ਜਾਂਦਾ ਹੈ, ਉਹਨੂੰ ਤਾਂ ਬੜੀ ਤਕਲੀਫ ਹੁੰਦੀ ਹੈ। ਸੋ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਲੇਕਿਨ ਸਵਾਲ ਆਮ ਜਨਤਾ ਇਹੀ ਪੁੱਛਦੀ ਬਾਰ-ਬਾਰ ਕਿ ਮੋਦੀ ਸਾਹਿਬ ਉਦੋਂ ਕਿੱਥੇ ਸੀ ਜਦੋਂ ਰੈਲੀਆਂ ਹੁੰਦੀਆਂ ਸੀਗੀਆਂ, ਜਦੋਂ ਚੋਣ ਕਮਿਸ਼ਨ ਦੇ ਨੱਕ ਦੇ ਹੇਠਾਂ ਰੈਲੀਆਂ ਹੁੰਦੀਆਂ ਨੇ, ਲੱਖਾਂ ਦੀਆਂ ਰੈਲੀਆਂ ਹੁੰਦੀਆਂ। ਹਾਲਾਂਕਿ ਮੋਦੀ ਸਾਹਿਬ ਦੇ ਚਹੇਤੇ ਆਰ ਨਿਊਜ਼ ਨੇ ਵੀ ਦਿਖਾਤਾ, ਅਰਨਵ ਗੋਸਵਾਮੀ ਨੇ ਵੀ ਦਿਖਾਤਾ ਕਿ ਮੋਦੀ ਸਾਹਿਬ ਦੀ ਰੈਲੀਆਂ ਵਿੱਚ 5-5 ਲੱਖ ਦਾ ਇਕੱਠ ਆ, ਕਿਸੇ ਨੇ ਮਾਸਕ ਨਹੀਂ ਪਾਇਆ, ਨਾ ਮੋਦੀ ਸਾਹਿਬ ਨੇ ਪਾਇਆ। ਈਵਨ ਕਿ ਅਸੀਂ ਆਪਣੇ ਚੈਨਲ ਤੇ ਵੀ ਦਿਖਾਇਆ ਕਿ ਅਮਿਤ ਸ਼ਾਹ ਕਿਸੇ ਨੂੰ ICU ਵਾਰਡ ਵਿੱਚ ਮਿਲਣ ਜਾਂਦੇ ਨੇ ਔਰ ਉੱਥੇ ਵੀ ਉਹਨਾਂ ਨੇ ਜਿਹੜਾ ਮਾਸਕ ਵੇਅਰ ਨਹੀਂ ਕੀਤਾ। ਸੋ ਆਮ ਜਨਤਾ ਦਾ ਇਹੀ ਸਵਾਲ ਹੈ ਕਿ ਅਗਰ ਕਰੋਨਾ ਪਹਿਲਾਂ ਚਲਾ ਗਿਆ ਸੀ ਕਿਤੇ ਤਾਂ ਹੁਣ ਵਾਪਸ ਕਿਵੇਂ ਆ ਗਿਆ? ਹੋਰ ਮੈਂ ਚਾਹੁੰਦਾ ਤੁਸੀਂ ਟਿੱਪਣੀਆਂ ਸਾਂਝੀਆਂ ਕਰੋ। ਲੋਕ ਇਹ ਵੀ ਕਹਿ ਰਹੇ ਨੇ ਕਿ ਜਿਵੇਂ ਕੈਪਟਨ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਮੁਕੰਮਲ ਲਾਕਡਾਊਨ ਨਹੀਂ ਲਗਾਉਣਾ, ਪਰ ਵੈਸੇ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਕਰਦੇ ਨੇ। ਪਰ ਜਿਹੜਾ ਹੁਣ 5 ਵਜੇ ਤੋਂ ਲੈ ਕੇ ਜਿਹੜਾ ਹੁਣ ਕਰਫਿਊ ਆ, ਪੂਰਾ ਲਾਕਡਾਊਨ ਆ, ਇੱਕ ਤਰ੍ਹਾਂ ਦਾ ਇਹ ਮੁਕੰਮਲ ਲਾਕਡਾਊਨ ਦੀ ਵਜ੍ਹਾ ਹੀ ਨੇ। ਗਰੀਬ ਲੋਕ ਤਾਂ ਇਸ ਹਾਲੇ ਵੀ ਮਰ ਰਹੇ ਆ। ਦੇਖੋ ਇਹ ਹੋ ਸਕਦਾ ਹਾਂ, ਦੇਖੋ ਮੈਂ ਉਹੀ ਗੱਲ ਕਰਨ ਲੱਗਾ ਸੀ। ਕੁਝ ਲੋਕ ਨੇ ਜਿਹੜੇ ਰੇੜੀ ਹੀ 5 ਵਜੇ ਤੋਂ ਬਾਅਦ ਲਾਉਂਦੇ ਨੇ, ਸਪੈਸ਼ਲ ਕਈ ਟਿੱਕੀਆਂ ਵਾਲੇ ਹੋ ਗਏ ਜੀ, ਪਾਓ ਭਾਜੀ ਵਾਲੇ ਹੋ ਗਏ, ਜਿਹੜੇ ਰੇੜੀ ਹੀ ਸ਼ਾਮ ਨੂੰ ਲਗਾਉਂਦੇ ਨੇ। ਅਗਰ 5 ਵਜੇ ਦਾ ਅਸੀਂ ਟਾਈਮ ਸਲੋਟ ਦੇ ਦਿੱਤਾ ਹੈ ਕਿ 5 ਵਜੇ ਦੁਕਾਨਾਂ ਬੰਦ ਕਰਕੇ ਸੈਟਲ ਹੋ ਕੇ 6 ਵਜੇ ਤੱਕ ਘਰ ਪਹੁੰਚਣਾ ਹੈ, ਤਾਂ ਇਹ ਕਿਹੜੇ ਵੇਲੇ ਆਉਣਗੇ, ਕਿਹੜੇ ਵੇਲੇ ਘਰ ਜਾਣਗੇ? ਜਿਹੜਾ ਇਹਨਾਂ ਦਾ ਸਮਾਨ ਹੈ ਉਹ ਦੂਜੇ ਤੀਜੇ ਦਿਨ ਤਾਂ ਪਾ ਨਹੀਂ ਸਕਦੇ, ਕਿਉਂਕਿ ਨਵਾਂ ਸ਼ਹਿਰ ਦੇ ਲੋਕ ਵੀ ਸ਼ਾਪਕੀਪਰਸ ਨੇ ਜਾਂ ਜਿਹੜੇ ਆਫੀਸ਼ੀਅਲ ਕੰਮ ਕਰਦੇ ਨੇ, ਬਿਊਰੋਕਰੇਟਸ ਨੇ, ਉਹ ਵੀ 5 ਵਜੇ ਤੋਂ ਬਾਅਦ ਫ੍ਰੀ ਹੁੰਦੇ ਨੇ। ਤਾਂ ਇਹਨਾਂ ਦੀ ਰੇੜੀਆਂ ਤੇ ਆਏਗਾ ਕੌਣ? ਜੇ ਕਮਾਣਗੇ ਨਹੀਂ ਤਾਂ ਖਾਣਗੇ ਕੀ? ਔਰ ਦੇਖੋ ਨਵੇਂ ਸ਼ਹਿਰ ਵਿੱਚ ਵੀ ਕਿੰਨੀ ਆਪਾਂ ਥੋੜ੍ਹੇ ਦਿਨਾਂ 'ਚ ਦੇਖਿਆ ਕਿੰਨੀਆਂ ਵਾਰਦਾਤਾਂ ਹੋ ਗਈਆਂ। ਜੁਰਮ ਜਿਹੜਾ ਹੈ ਉਹ ਪੈਰ ਪਸਾਰ ਚੁੱਕਾ ਹੈ। ਤਾਂ ਇਸ ਕਰਕੇ ਸਰਕਾਰ ਨੂੰ ਸਿੱਕੇ ਦੇ ਦੋਨੇ ਪਹਿਲੂ ਦੇਖਣੇ ਪੈਣੇ ਨੇ। ਨੋ ਡਾਊਟ ਕਰੋਨਾ ਵਾਇਰਸ ਹੈ, ਆਪਾਂ ਇਸ ਚੀਜ਼ ਤੋਂ ਨਿਗਲੈਕਟ ਨਹੀਂ ਕਰਦੇ। ਜਿਹੜੇ ਪੀੜਤ ਹੁੰਦੇ ਨੇ, ਜਿਨ੍ਹਾਂ ਦੇ ਪਰਿਵਾਰ ਦੇ ਜੀਅ ਵਿਛੜ ਜਾਂਦੇ ਨੇ, ਇਹ ਉਹਨਾਂ ਨੂੰ ਜ਼ਿਆਦਾ ਪਤਾ, ਬਿਹਤਰ ਉਹਨਾਂ ਨੂੰ ਪਤਾ। ਲੇਕਿਨ ਉਹਦੇ ਬਦਲੇ ਸਰਕਾਰ ਆਮ ਜਨਤਾ ਨੂੰ ਫੈਸਿਲਿਟੀ ਕੀ ਦੇ ਰਹੀ ਹੈ, ਫੈਸਿਲਿਟੇਟ ਕੀ ਕਰ ਰਹੇ ਨੇ? ਆਮ ਜਨਤਾ ਕੋ ਹੋਰ ਵਿਕਲਪ ਕੀ ਹੈ? ਹੁਣ ਮੰਨ ਲਓ ਇਹ ਜੂਸ ਵਾਲੇ ਨੇ, ਇਹ ਹੁਣ ਆਏ ਨੇ, ਇਹਨਾਂ ਨੂੰ ਆਂਦਿਆਂ ਨੂੰ ਹੀ ਕਹਿ ਦਿਓ ਕਿ ਘਰ ਚਲੇ ਜਾਓ। ਤਾਂ ਫਰੂਟ ਨੇ ਤਾਂ ਸੇਫ ਨਹੀਂ ਰਹਿਣਾ ਨਾ ਇੰਨੇ ਦਿਨ, ਫ੍ਰਿਜ ਤਾਂ ਇਹਨਾਂ ਦੇ ਕੋਲ ਇੱਥੇ ਲਗਾ ਕੇ ਨਹੀਂ ਰੱਖਦੇ। ਹੁਣੇ ਹੀ ਆਇਓ, ਹੁਣੇ ਆਏ। ਦੇਖੋ 5 ਵਜੇ ਦਾ ਟਾਈਮ ਆ, 5 ਵਜੇ ਦਾ ਕੰਮ ਸ਼ੁਰੂ ਹੁੰਦਾ, ਬਾਅਦ ਚੋਂ 5 ਵਜੇ ਕਹਿੰਦੇ ਵਾਪਸ ਜਾਣਾ, 6 ਵਜੇ ਤੱਕ ਵਾਪਸ ਪਹੁੰਚਣਾ। 6 ਵਜੇ ਕੰਮ ਕਿਹੜੇ ਵੇਲੇ ਕਰਨਾ ਜੀ? ਦੁਪਹਿਰ ਨੂੰ ਧੁੱਪ ਹੁੰਦੀ, ਉਦੋਂ ਨਹੀਂ ਗਾਹਕ ਹੁੰਦਾ। ਜੇ ਗਾਹਕ ਦਾ ਟਾਈਮ ਆ ਤਾਂ ਘਰ ਨੂੰ ਚੱਲ ਜਾਓ। ਬਸ ਦੇਖੋ ਹੁਣ ਤੁਹਾਡਾ ਬੇਟਾ ਹੈ ਨਾਲ? ਹਾਂਜੀ ਬੇਟਾ। ਇਹ ਸਕੂਲ ਪੜ੍ਹਦਾ ਹੈ? ਹਾਂਜੀ ਹਾਂਜੀ। ਫਿਰ ਉਹਦੀ ਫੀਸਾਂ ਤਾਂ ਲੈਣੀ, ਉਹ 'ਚ ਤਾਂ ਕੋਈ ਛੋਟ ਹੈ ਨਹੀਂ। ਛੋਟ ਹੈ ਹੀ ਨਹੀਂ, 3 ਬੱਚੇ ਪੜ੍ਹਦੇ, ਉਹਨਾਂ ਦੀਆਂ ਫੀਸਾਂ ਵੀ ਦੇਣੀਆਂ। ਦੇਖ ਲਓ ਕਿੰਨਾ ਔਖਾ ਗੁਜ਼ਾਰਾ ਕਰਨਾ। ਹੁਣ ਕੀ ਕਰਾਂਗੇ ਜੀ, ਕਿੱਥੋਂ ਖਰਚੇ ਕਰਨੇ ਜੀ? ਸਰਕਾਰ ਨੂੰ ਆਮ ਲੋਕ ਇਹ ਵੀ ਡਿਮਾਂਡ ਕਰਦੇ ਨੇ ਕਿ ਤੁਸੀਂ ਲਾਕਡਾਊਨ ਲਗਾ ਦਿੱਤਾ। ਹਾਲਾਂਕਿ ਇਹ ਵੀ ਟਿੱਪਣੀਆਂ ਨੇ, ਮੈਂ ਜਿਹੜੀਆਂ ਪੜ੍ਹ ਰਿਹਾ ਸ਼ੀਖਾ, ਟਿੱਪਣੀਆਂ ਨੇ ਕਿ 50% ਦੁਕਾਨਾਂ ਦੇ ਕਿਰਾਏ ਵੀ ਮਾਫ ਕਰ ਦਿਓ, ਬਿਜਲੀ ਦੇ ਬਿੱਲ ਵੀ ਮਾਫ ਕਰ ਦਿਓ, ਬੱਚੇ ਦੀ ਫੀਸਾਂ ਵੀ ਮਾਫ ਕਰ ਦਿਓ। ਔਰ ਬੱਚਿਆਂ ਦੀ ਤਾਂ ਜਿਹੜੀ ਮੈਂ ਥੋੜ੍ਹੇ ਦਿਨ ਪਹਿਲਾਂ ਵੀਡੀਓ ਪਾਈ ਹੈ, 10ਵੀਂ ਤੇ 12ਵੀਂ ਦੀ ਪ੍ਰੀਖਿਆ ਫੀਸ ਲਈ ਉਹ 83 ਕਰੋੜ ਬਣਦੀ, ਉਹ ਵੀ ਵਾਪਸ ਨਹੀਂ ਹੋਈ। ਉਹ ਵੀ ਦੇਖ ਲਓ ਹੁਣ ਕਿੰਨਾ ਔਖਾ ਹੋ ਗਿਆ ਬੱਚਿਆਂ ਦੀ ਪੜ੍ਹਾਈਆਂ ਦਾ ਵੀ। ਖਰਚੇ ਕਿੱਥੋਂ ਕਰਨੇ ਆ? ਸ਼ਾਮ ਦਾ ਕੰਮ ਦਾ ਟਾਈਮ ਹੈ ਜੀ, ਸ਼ਾਮ ਨੂੰ ਘਰ ਨੂੰ ਚੱਲ ਜਾਓ ਆਪਣਾ।
ਹਾਲੇ ਤੱਕ ਕਿਸੇ ਕੋਈ ਤੁਹਾਡੇ ਤੱਕ ਪਹੁੰਚਿਆ ਕੋਈ ਪ੍ਰਸ਼ਾਸਨ ਤੋਂ ਜਿਹੜੇ ਛੋਟੇ ਵਪਾਰੀ ਨੇ? ਕਿਉਂਕਿ ਅਸੀਂ ਤੁਹਾਨੂੰ ਵਪਾਰੀ ਮੰਨਦੇ, ਅਸੀਂ ਰੇਹੜੀ ਵਾਲੇ ਨਹੀਂ ਮੰਨਦੇ, ਕਿਉਂਕਿ ਤੁਸੀਂ ਵਪਾਰ ਦਿੰਦੇ ਹੋ, ਤਾਂ ਤੁਸੀਂ ਫਰੂਟ ਮੰਗਾਉਂਦੇ ਹੋ, ਦੂਰੋਂ ਦੂਰੋਂ ਫਰੂਟ ਤੁਹਾਡੇ ਲਈ ਆਉਂਦਾ। ਜਿਹੜੇ ਛੋਟੇ ਵਪਾਰੀ ਨੇ ਇਹਨਾਂ ਤੱਕ ਪ੍ਰਸ਼ਾਸਨ ਨੇ ਪਹੁੰਚ ਕੀਤੀ ਕਿ ਤੁਸੀਂ ਪਰਿਵਾਰ ਕਿਵੇਂ ਚਲਾਓਗੇ? ਅਗਰ ਮੰਨ ਲਓ ਮੈਂ ਹੈਂਡ ਟੂ ਮਾਊਥ ਆ, ਔਰ ਗਰਾਊਂਡ ਦੀ ਗੱਲ ਕਰੀਏ, ਗਰਾਊਂਡ ਨੂੰ 360 ਘੁਮਾ ਲਈਏ ਪੂਰੀ, ਕਿਉਂਕਿ ਧਰਤੀ ਹੈ ਇੱਕ ਗੋਲ ਚੱਕੀ ਹੈ ਜੀ, ਗੋਲ ਚੱਕੀ ਦੀ ਗੱਲ ਕਰੀਏ 360 ਘੁਮਾ ਲਈਏ, ਤਾਂ ਇੱਥੇ ਲੋਕ ਜਿਹੜੇ ਹੈਂਡ ਟੂ ਮਾਊਥ ਨੇ, ਖੂਹ ਦੀ ਮਿੱਟੀ ਖੂਹ ਨੂੰ ਲੱਗਦੀ, ਉਹ ਗੁਜ਼ਾਰਾ ਕਿਵੇਂ ਕਰਨਗੇ? ਪੁੱਛਣਾ ਇਹਨਾਂ ਨੂੰ ਚਾਹੀਦਾ, ਪਹਿਲਾਂ ਬੁਲਾ ਕੇ ਪੁੱਛਣਾ ਚਾਹੀਦਾ, ਕੋਈ ਵੀ ਨਹੀਂ ਪਹੁੰਚਿਆ, ਕੋਈ ਪੁੱਛਣਾ ਚਾਹੀਦਾ। ਉਮੀਦ ਹੈ ਕੋਈ ਪਹੁੰਚੇਗਾ? ਨਾ, ਕੋਈ ਉਮੀਦ ਨਹੀਂ ਹੈਗੀ ਕਿਸੇ। ਹੁਣ ਗਰੀਬ ਨੂੰ ਤਾਂ ਪੁੱਛਣਾ ਚਾਹੀਦਾ ਪਹਿਲਾਂ ਵੀ ਤੁਹਾਡਾ ਸੇਵਿੰਗ ਹੈ ਤੁਹਾਡੇ ਕੋਲ? ਸੇਵਿੰਗ ਹੈ ਕੁਝ? ਸੇਵਿੰਗ ਕਿੱਥੋਂ ਹੋਣੀ ਹੈ ਜੀ? ਅਸੀਂ ਤਾਂ ਰੋਜ਼ ਕਮਾਣਾ, ਰੋਜ਼ ਖਾਣਾ ਜੀ, ਸੇਵਿੰਗ ਕਿੱਥੋਂ ਆਊਗੀ? ਕਮਾਵਾਂਗੇ ਤਾਂ ਖਾਵਾਂਗੇ ਜੀ ਰੋਜ਼। ਦੇਖੋ ਹੁਣ ਕਿੱਥੋਂ ਗੁਜ਼ਾਰਾ ਕਰਨਾ? ਸ਼ਾਮ ਨੂੰ ਕੰਮ ਦਾ ਟਾਈਮ ਹੁੰਦਾ, ਸ਼ਾਮ ਨੂੰ ਘਰ ਨੂੰ ਚੱਲ ਜਾਓ। ਉਹੀ ਗੱਲ ਨਾ, 5 ਵਜੇ ਲਾਕਡਾਊਨ ਹੈ ਤੇ 5 ਵਜੇ ਤੁਸੀਂ ਜਿਹੜੇ ਛੋਟੇ ਵਰਕਰਸ ਨੇ ਉਹ ਆਉਂਦੇ ਨੇ, ਛੋਟੇ ਵਪਾਰੀ ਜਿਹੜੇ। ਹਾਂਜੀ, ਅਸੀਂ ਸ਼ਾਮ ਨੂੰ ਘਰੋਂ ਤੁਰੀਦਾ ਆ, ਹੁਣ ਸ਼ਾਮ ਨੂੰ ਘਰ ਨੂੰ ਵਾਪਸ ਚੱਲ ਜਾਓ। ਕਿੱਥੋਂ ਕਮਾਵਾਂਗੇ ਤਾਂ ਕੀ ਖਾਵਾਂਗੇ ਜੀ? ਚਲੋ ਇਹੀ ਦੁੱਖ ਸਾਂਝੇ ਕਰਨ ਲਈ ਅਸੀਂ ਇਹ ਵੀਡੀਓ ਬਣਾ ਰਹੇ ਹਾਂ, ਤਾਂ ਕਿ ਸਾਡੇ ਪ੍ਰਸ਼ਾਸਨ ਤੱਕ ਗੱਲ ਪਹੁੰਚੇ। ਐਟਲੀਸਟ ਤੁਹਾਡੇ ਨਾਲ ਗੱਲਬਾਤ ਕੋਈ ਜ਼ਰੂਰ ਕਰਨਾ, ਸਰਕਾਰ ਵੱਲੋਂ ਕੋਈ ਗੱਲਬਾਤ ਕਰਨ ਆਵੇ, ਤਾਂ ਕਿ ਔਰ ਇੱਥੇ ਨਾਨ ਵੈਜ ਲਿਖਿਆ, ਤਾਂ ਮੈਂ ਇੱਕ ਚੀਜ਼ ਕਲੀਅਰ ਕਰ ਦਿੰਦਾ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਠੀਕ ਆ, ਉਹਦੇ ਵਿੱਚ ਲਿਖਿਆ ਹੈ ਕਿ ਅਗਰ ਤੁਹਾਨੂੰ ਲੱਗਦਾ ਆਕਸੀਜਨ ਦੀ ਕਮੀ ਹੈ ਤਾਂ ਚੈਸਟ ਦੇ ਭਾਰ ਤੇ ਲੰਮੇ ਪਾਓ, ਔਰ ਅਗਰ ਕਿਸੇ ਦੀ 92 ਤੋਂ ਵੀ ਘਟ ਜਾਂਦੀ ਹੈ ਆਕਸੀਜਨ ਤਾਂ ਉਹ ਟਰਬਲ ਦੀ ਸਿਚੁਏਸ਼ਨ ਹੈ, ਤੁਸੀਂ ਚੈਸਟ ਦੇ ਭਾਰ ਲੰਮੇ ਪੈਣਾ ਹੈ। ਔਰ ਅਗਰ ਤੁਹਾਨੂੰ ਵਾਇਰਲ ਇਨਫੈਕਸ਼ਨ ਲੱਗ ਰਹੀ ਹੈ, ਠੰਡੇ ਪਦਾਰਥ ਨਹੀਂ ਲੈਣੇ ਨੇ, ਤੁਸੀਂ ਗਰਮ ਪਾਣੀ ਪੀ ਸਕਦੇ ਹੋ, ਲੂਣ ਨਾਲ ਗਰਾਰੇ ਕਰ ਸਕਦੇ ਹੋ, ਤੁਸੀਂ ਕੋਕੋਨਟ ਵਾਟਰ ਪੀ ਸਕਦੇ ਹੋ। ਤਾਂ ਇਹ ਚੀਜ਼ਾਂ ਜਿਹੜਾ ਹੈ ਤੁਹਾਡੇ ਵਾਇਰਲ ਨੂੰ ਦੂਰ ਕਰਦੀਆਂ ਨੇ, ਲੇਕਿਨ ਠੰਡੇ ਪਦਾਰਥ ਨਹੀਂ ਲੈਣੇ ਨੇ, ਠੰਡੇ ਪਦਾਰਥਾਂ ਤੋਂ ਬਚਣਾ ਹੈ ਜੀ। ਸ਼ੇਖਾ ਤੁਸੀਂ ਟਿੱਪਣੀਆਂ ਸ਼ੇਅਰ ਕਰ ਦਿਓ, ਜਾਂ ਤੁਸੀਂ ਹੋਰ ਵੀ, ਕਿਉਂਕਿ ਅੱਜ ਸਾਰਾ ਦਿਨ ਤੁਸੀਂ ਜਿਹੜੇ ਸਾਡੇ ਵਿਊਅਰ ਸਾਡੇ ਨਾਲ ਜੁੜੇ ਹੋਏ ਨੇ, ਮੈਸੇਂਜਰ ਤੇ ਮੈਸੇਜ ਕਰਦੇ ਰਹੇ ਨੇ, ਜਿਹੜੇ ਅੱਜ ਸਾਰਾ ਦਿਨ ਆਪਣੀ ਟਿੱਪਣੀਆਂ ਸਾਡੇ ਤੱਕ ਪਹੁੰਚਾਉਂਦੇ ਰਹੇ ਨੇ, ਮੈਂ ਜ਼ਰੂਰ ਚਾਹੁੰਦਾ ਉਹਨਾਂ ਦੀਆਂ ਟਿੱਪਣੀਆਂ ਇੱਕ ਵਾਰੀ ਸਾਂਝੀਆਂ ਕਰ ਦਿਓ। ਬਿਲਕੁਲ ਸੂਰੀ ਸਾਹਿਬ, ਮੈਂ ਇੱਕ ਟਿੱਪਣੀ ਪੜ੍ਹੀ, ਉੱਥੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਜਦ ਦਿਲ ਕਰਦਾ ਹੈ ਉਦੋਂ ਹੀ ਰੂਲ ਪਾਸ ਕਰ ਦਿੰਦੀ ਹੈ। ਹੁਣ ਥੋੜੀ ਦੇਰ ਪਹਿਲਾਂ ਹੀ ਲੋਕ ਵਪਾਰ, ਇੱਕ ਚੀਜ਼ ਮੈਂ ਕਲੀਅਰ ਕਰ ਦਵਾਂ ਜੀ, ਟ੍ਰੈਫਿਕ ਜ਼ਿਆਦਾ ਹੋਣ ਕਰਕੇ ਸੋ ਇਹ ਹਾਲਾਤ ਨੇ। ਅਸੀਂ ਪਹਿਲੇ ਕਿਹਾ ਸੀ ਪੈਨਿਕ ਕ੍ਰੀਏਟ ਹੁੰਦੀ ਹੈ, ਕਿਉਂਕਿ ਹੁਣ ਸਾਰੇ ਘਰਾਂ ਨੂੰ ਪਰਤਣਗੇ, 5 ਵਜੇ ਛੁੱਟੀ ਹੋਏਗੀ ਤਾਂ ਸਾਰੇ ਘਰਾਂ ਨੂੰ ਪਰਤਣਗੇ। ਜਿਵੇਂ ਵਪਾਰ ਮੰਡਲ ਦੀ ਬੇਨਤੀ ਤੇ ਪਹਿਲਾਂ ਪ੍ਰਸ਼ਾਸਨ ਨੇ ਸਿਨਰਜੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਕੋਆਰਡੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਥੋੜੀ ਰਾਹਤ ਜ਼ਰੂਰੀ ਹੈ, ਛੋਟ ਜ਼ਰੂਰੀ ਹੈ, ਕਿਉਂਕਿ 6 ਵਜੇ ਤੱਕ ਅਗਰ ਸੈਟਲ ਤਾਂ ਹੀ ਹੋਣਗੇ ਅਗਰ ਇਹਨਾਂ ਨੂੰ ਰਾਹਤ ਮਿਲੇਗੀ। ਅਗਰ 5 ਵਜੇ ਹੀ ਸਖਤੀ ਸ਼ੁਰੂ ਹੋ ਗਈ ਤਾਂ ਆਮ ਜਨਤਾ ਨੂੰ ਤਕਲੀਫ ਆਏਗੀ। ਤਾਂ ਇਹ ਬੇਨਤੀ ਜ਼ਰੂਰ ਹੈ ਕਿ ਥੋੜੀ ਰਾਹਤ, ਥੋੜੀ ਕਾਉਂਸਲਿੰਗ, ਥੋੜਾ ਸਰਕਾਰ ਥੋੜਾ ਹੋਰ ਪਹਿਲਾਂ 3-4 ਵਜੇ ਇਹਦੇ ਤੱਕ ਅਨਾਉਂਸਮੈਂਟ ਕਰਦੀ ਤਾਂ ਸ਼ਾਇਦ ਸਿਚੁਏਸ਼ਨ ਕੁਝ ਹੋਰ ਹੁੰਦੀ। ਬਿਲਕੁਲ ਸਰਕਾਰ ਇਮੀਡੀਏਟਲੀ ਜਿਹੜੀਆਂ ਹਦਾਇਤਾਂ ਜਾਰੀ ਕਰ ਦਿੰਦੀ ਹੈ ਕਿ ਲੋਕਾਂ ਨੂੰ ਫਿਰ ਪੈਨਿਕ ਕ੍ਰੀਏਟ ਹੁੰਦਾ। ਸੂਰੀ ਸਾਹਿਬ ਜਿਵੇਂ ਅੱਜ ਹੀ ਉਹਨਾਂ ਨੇ ਕੀਤੀ ਹੈ, ਅੱਜ ਹੀ ਜਿਹੜੀ ਉਹਨਾਂ ਨੇ ਸੂਚਨਾ ਜਾਰੀ ਕੀਤੀ ਹੈ, ਉਸ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਜਿਹੜੀ ਪੈਨਿਕ ਹੁਣ ਕ੍ਰੀਏਟ ਤਾਂ ਹੋ ਰਹੀ ਹੈ, ਪਰ ਹੁਣ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਏ, ਕਿਉਂਕਿ ਭੱਜ ਦੌੜ ਦਾ ਮਾਹੌਲ ਪੈਦਾ ਹੋ ਗਿਆ। ਹੁਣ ਆਪਾਂ ਟ੍ਰੈਫਿਕ ਦੇਖਿਆ ਇੱਥੇ ਲੋਕਾਂ ਨੂੰ, ਜਿਹੜੇ ਹੁਣ ਜੁੜੇ ਆ, ਮੈਂ ਉਹਨਾਂ ਨੂੰ ਫਿਰ ਤੋਂ ਦੱਸ ਦਿੰਦਾ ਜੀ, ਆ ਲੈਟਰ ਸਾਡੇ ਕੋਲ ਹੈ, ਕੋਈ ਦੇਖੀ ਸੁਣੀ ਗੱਲ ਨਹੀਂ ਹੈ, ਕੋਈ ਨੈੱਟ ਤੋਂ ਕਾਪੀ ਕੀਤੀ ਹੋਈ ਗੱਲ ਨਹੀਂ ਹੈ। ਇਹਦੇ ਤੇ ਲਿਖਿਆ ਹੈ ਜੀ ਕਿ ਸ਼ਾਪਸ 5 ਵਜੇ ਬੰਦ ਹੋਣੀਆਂ ਚਾਹੀਦੀਆਂ ਨੇ, ਕਰਫਿਊ 6 ਵਜੇ ਸ਼ੁਰੂ ਹੋਵੇਗਾ। ਤਾਂ ਤੁਸੀਂ ਇਹ ਪੜ੍ਹ ਸਕਦੇ ਹੋ, all shops including those in malls and multiplexes etc to close every day by 5 PM with home delivery allowed up to 9 PM। ਹੋਮ ਡਿਲੀਵਰੀ ਆ ਜਿਹੜੀ ਉਹ 9 PM ਤੇ ਹੋਏਗੀ। ਤਾਂ ਉਹੀ ਜਿਹੜੇ ਖਿਆਲ ਨੇ ਆਮ ਜਨਤਾ ਦੇ ਜੀ, ਮੈਂ ਚਾਹੁੰਦਾ ਇੱਕ ਮਿੰਟ ਨੂੰ ਪਕੜ ਲਓ ਤੁਸੀਂ, ਤਾਂ ਉਹੀ ਜਿਹੜੇ ਜਨਤਾ ਦੇ ਖਿਆਲ ਨਹੀਂ ਸੀਗਾ। ਦੇਖੋ ਕੁਝ ਦੁਕਾਨਦਾਰ ਤਾਂ ਪਹਿਲਾਂ ਹੀ ਬੰਦ ਕਰਕੇ ਚਲੇ ਗਏ ਨੇ, ਕਿਉਂਕਿ ਕਈ ਤਾਂ ਇਹ ਵੀ ਕਹਿੰਦੇ ਨੇ, ਦੇਖੋ ਵੱਖਰੀਆਂ ਵੱਖਰੀਆਂ ਟਿੱਪਣੀਆਂ ਆਉਂਦੀਆਂ ਨੇ ਕਿ ਇਹ ਵੀ ਕਹਿੰਦੇ ਨੇ ਕਿ ਆਉਣਾ ਤਾਂ ਹੈ ਨਹੀਂ ਕਿਸੇ ਗਾਹਕ ਨੇ, ਸਮਾਂ ਕਿਉਂ ਬਰਬਾਦ ਕਰਨਾ, ਬਿਜਲੀ ਕਿਉਂ ਫੂਕਣੀਆਂ, ਘਰ ਨੂੰ ਹੀ ਚੱਲਦੇ ਆ। ਉਹਨਾਂ ਨੂੰ ਇਹ ਵੀ ਡਰ ਹੈ ਕਿ ਜਦੋਂ ਪ੍ਰਸ਼ਾਸਨ ਆ ਗਿਆ ਫਿਰ ਐਵੇਂ ਪਰਚੇ ਵੀ ਹੋਣਗੇ, ਉਹਨਾਂ ਨੂੰ ਇਹ ਵੀ ਸਭ ਤੋਂ ਵੱਡਾ ਡਰ ਹੈ। ਪਰਚੇ ਮੈਂ ਪੜ੍ਹ ਰਿਹਾ ਸੀ, ਰਿਪੋਰਟ, ਕ੍ਰਾਈਮ ਰਿਪੋਰਟ ਪੜ੍ਹ ਰਿਹਾ ਸੀ, ਕੱਲ ਵੀ ਹੋਏ ਨੇ, ਹੁਣ ਮੇਰੇ ਦਿਮਾਗ 'ਚ ਵਿਸਰ ਗਏ ਨੇ, ਬੰਗਿਆਂ 'ਚ ਵੀ ਹੋਇਆ, ਸ਼ਾਇਦ ਨਵਾਂ ਸ਼ਹਿਰ ਵਿੱਚ ਹੋਏ ਨੇ, ਡਿਜ਼ਾਸਟਰ ਮੈਨੇਜਮੈਂਟ ਦੇ ਪਰਚੇ ਹੋਏ ਨੇ। ਤਾਂ ਇੱਕ ਵਾਰੀ ਇੱਧਰ ਜ਼ਰੂਰ ਵਿਊ ਦਿਖਾ ਦਿਓ। ਇਹ ਉਹ ਜਗ੍ਹਾ ਹੈ ਸ਼ੀਖਾ ਜਿੱਥੇ ਹਮੇਸ਼ਾ ਹਸਲ ਬਸਲ ਰਹਿੰਦੀ ਹੈ, ਚਹਿਲ ਪਹਿਲ ਰਹਿੰਦੀ ਹੈ, ਤਿਲ ਸੁੱਟਣ ਦੀ ਜਗ੍ਹਾ ਨਹੀਂ ਮਿਲਦੀ, ਔਰ ਦੇਖੋ ਬਿਲਕੁਲ ਖਾਲੀ ਹੈ। ਔਰ ਇਹ ਲੋਕ 5 ਵਜੇ ਹੀ ਆਉਂਦੇ ਨੇ, 5 ਵਜੇ ਇਹਨਾਂ ਦਾ ਕੰਮ ਸ਼ੁਰੂ ਹੁੰਦਾ, ਤਾਂ ਇੱਥੇ ਹਮੇਸ਼ਾ ਰਸ਼ ਹੁੰਦਾ। ਲੇਕਿਨ ਅੱਜ ਮੇਰਾ ਖਿਆਲ ਮੈਂ ਪਹਿਲੀ ਵਾਰ ਦੇਖਿਆ ਕਿ ਬਿਲਕੁਲ ਰਸ਼ ਨਹੀਂ ਹੈ, ਔਰ ਉਹ ਵੀ 5 ਵਜੇ। ਤਾਂ ਇਹ ਵੀ ਕੁਝ ਤਬਕੇ ਨੇ, ਅਸੀਂ ਇਹਨਾਂ ਦੀ ਵੀ ਜ਼ਰੂਰ ਗੱਲ ਕਰਨੀ ਚਾਹੁੰਦੇ ਹਾਂ ਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਗਾਈਡ ਕਰਨਾ ਚਾਹੀਦਾ, ਕਾਉਂਸਲਿੰਗ ਹੋਣੀ ਚਾਹੀਦੀ ਹੈ, ਕਿਉਂਕਿ ਜਿਵੇਂ ਸਾਰੇ ਵਿਦਆਊਟ ਮਾਸਕ ਨੇ, ਬੱਚੇ ਵੀ ਨਾਲ ਨੇ, ਰੱਬ ਨਾ ਕਰੇ ਕਿਸੇ ਕਰੋਨਾ ਵਾਲੇ ਦੀ ਚਪੇਟ 'ਚ ਆ ਜਾਂਦੇ ਨੇ, ਕਿਉਂਕਿ ਕਈ ਵੇਲੇ ਬੰਦੇ ਨੂੰ ਖੁਦ ਨਹੀਂ ਪਤਾ ਹੁੰਦਾ ਕਰੋਨਾ ਪੀੜਿਤ ਹੋਵੇ, ਇਹਨਾਂ ਨੂੰ ਪੈਸੇ ਦੇ ਦੇਵੇ ਜਾਂ ਕੋਈ ਖਾਣ ਦੀ ਚੀਜ਼ ਦੇ ਦੇਵੇ, ਅਗਰ ਇਹ ਚਪੇਟ 'ਚ ਆ ਜਾਂਦੇ ਨੇ ਤਾਂ ਇਹਨਾਂ ਦਾ ਵਾਲੀ ਵਾਰਸ ਵੀ ਕੌਣ ਹੈ? ਤਾਂ ਇਹਨਾਂ ਦੀ ਵੀ ਇੱਕ ਕਾਉਂਸਲਿੰਗ ਬਹੁਤ ਜ਼ਰੂਰੀ ਹੈ
ਪ੍ਰਸ਼ਾਸਨ ਸਰਕਾਰ ਆਮ ਜਨਤਾ ਨਾਲ ਰਾਬਤਾ ਬਣਾਵੇ, ਇਹ ਨਹੀਂ ਕਿ ਵਰਚੁਅਲ ਟਾਕ ਕਰਕੇ ਰੂਲ ਪਾਸ ਕਰ ਦੇਵੇ। ਜੀ ਸ਼ਿਖਾ। ਬਿਲਕੁਲ, ਹਦਾਇਤਾਂ ਉਹਨਾਂ ਵੱਲੋਂ ਪਾਸ ਕਰਦੇ ਦਿੱਤੀਆਂ ਜਾਂਦੀਆਂ ਨੇ, ਪਰ ਜਿਹੜਾ ਇਹ ਨਹੀਂ ਆਦੇਸ਼ ਦਿੱਤਾ ਜਾਂਦਾ, ਲੋਕਾਂ ਤੱਕ ਨਹੀਂ ਸੀਮਿਤ ਕੀਤਾ ਜਾਂਦਾ ਕਿ ਇਹ ਜਿਹੜੀ ਇਨਫੋਰਮੇਸ਼ਨ ਆ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਲੋਕ ਨਹੀਂ ਇੰਟਰਨੈਟ ਜਾਂ ਫੋਨ ਯੂਜ਼ ਕਰਦੇ। ਜਿਹੜੇ ਲੋਕ ਇਹ ਸੇਵਾਵਾਂ ਤੋਂ ਦੂਰ ਰਹਿੰਦੇ ਨੇ ਉਹਨਾਂ ਤੱਕ ਵੀ ਜਿਹੜੀਆਂ ਹਦਾਇਤਾਂ ਜਾਰੀ ਕਰਨ, ਇਹ ਵੀ ਸਰਕਾਰ। ਜਿੱਦਾਂ ਥੋੜੇ ਦਿਨ ਪਹਿਲਾਂ ਇੱਕ ਗੋਲ ਗੱਪੇ ਦੀ ਰੇਹੜੀ ਵਾਲੇ ਨਾਲ, ਕਿਉਂਕਿ ਦੇਖੋ ਹੁਣ ਉੱਥੇ ਪੁਲਿਸ ਪ੍ਰਸ਼ਾਸਨ ਦਾ ਤਰਕ ਹੈ ਕਿ ਅਸੀਂ 7:30 ਵਜੇ ਕਹਿ ਗਏ ਆ, ਫਿਰ ਦੁਆਰਤੀ ਕਹਿ ਗਏ ਆ, ਲੇਕਿਨ ਉਹਨਾਂ ਦਾ ਤਰਕ ਹੈ ਕਿ ਸਾਡੇ ਤੱਕ ਇਨਫੋਰਮੇਸ਼ਨ ਹੀ ਨਹੀਂ ਪਹੁੰਚੀ। ਪਰ ਨਾਲ ਦੀ ਨਾਲ ਜਿਹੜੀਆਂ ਟਿੱਪਣੀਆਂ ਆ ਰਹੀਆਂ ਨੇ ਸ਼ੀਖਾ, ਮੈਂ ਪੜ੍ਹ ਦਿੰਦਾ, ਬਹੁਤ ਜ਼ਰੂਰੀ ਹੈ। ਕੁਲਵਿੰਦਰ ਕੁਮਾਰ ਸਰਕਾਰ ਨੂੰ ਹੀ ਨਿੰਦ ਰਹੇ ਨੇ, ਮਨੀਪ੍ਰੀਤ ਵੀ ਕਹਿ ਰਹੇ ਨੇ ਬੜਾ ਔਖਾ, ਅਮੀਰ ਚੰਦ ਕਹਿ ਰਹੇ ਨੇ ਆਮ ਜਨਤਾ ਨੂੰ ਪ੍ਰਤੀ ਦਿਨ ਹਿਸਾਬ ਨਾਲ ਆਰਥਿਕ ਸਹਾਇਤਾ ਵੀ ਦੇਵੇ ਸੂਬਾ ਸਰਕਾਰ। ਤਾਂ ਆਰਥਿਕ ਸਹਾਇਤਾ ਦੀ ਵੀ ਮੰਗ ਹੋ ਰਹੀ ਹੈ। ਇੱਕ ਸੁਨੀਲ ਮਮਤਾ ਕਹਿ ਰਹੇ ਨੇ ਭਾਜੀ 6 ਵਜੇ ਬੰਦ ਹੋਈਆਂ ਸ਼ਾਪਸ ਜਾਂ 5 ਵਜੇ। ਸੁਮਿਤ ਜੀ ਜਿਹੜੀ ਲੈਟਰ ਸਾਡੇ ਕੋਲ ਅਸੀਂ ਦਿਖਾ ਦਿੱਤੀ, ਉਹਦੇ ਅਗਰ ਉਹਦੇ ਸੰਦਰਭ 'ਚ ਗੱਲ ਕਰੀਏ, ਉਹਦੇ ਮਤਲਬ ਗੱਲ ਕਰੀਏ ਤਾਂ 5 ਵਜੇ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਨੇ, 6 ਵਜੇ ਤੱਕ ਤੁਸੀਂ ਆਪਣੇ ਟਿਕਾਣੇ ਤੇ ਪਹੁੰਚਣਾ ਹੈ। ਹਰਸ਼ ਜਾਂਗੜਾ ਕਹਿ ਰਹੇ ਨੇ ਜਿਹੜਾ ਕੰਮ ਸ਼ਾਮੀ 5 ਵਜੇ ਸਟਾਰਟ ਹੁੰਦਾ ਉਹਨਾਂ ਦਾ ਕੀ ਬਣੂਗਾ। ਸੋ ਉਹੀ ਗੱਲ ਅਸੀਂ ਕਰ ਚੁੱਕੇ ਹਾਂ ਜੀ ਆਲਰੇਡੀ, ਜਿਨ੍ਹਾਂ ਦਾ ਕੰਮ 5 ਵਜੇ ਸ਼ੁਰੂ ਹੁੰਦਾ ਨੇ, ਕਿਉਂਕਿ ਰੇਹੜੀ ਵਾਲੇ ਵੀ ਟੈਕਸ ਤਾਂ ਦਿੰਦੇ, ਜਗ੍ਹਾ ਦਾ ਕਿਰਾਇਆ ਵੀ ਦਿੰਦੇ ਨੇ ਸ਼ੀਖਾ, ਤਾਂ ਇਹਨਾਂ ਲਈ ਵੀ ਕਿਰਾਏ ਕੱਢਣੇ ਬੜੇ ਔਖੇ ਨੇ। ਇਹ ਚੀਜ਼ ਮੈਂ ਤਾਂ ਕਹਿੰਦਾ ਕਿਉਂਕਿ ਇੱਕ ਵਾਰੀ ਲੁਧਿਆਣੇ ਮੈਂ ਇੱਕ ਰੇਹੜੀ ਵਾਲੇ ਨੂੰ ਮਿਲਿਆ ਸੀ ਬੱਸ ਸਟੈਂਡ ਦੇ ਬਿਲਕੁਲ ਬਾਹਰ, ਤਾਂ ਉਸਨੇ ਸਾਨੂੰ ਜਿਹੜਾ ਵਾਟਰ ਹੈ ਰਾਤੀ ਉੱਥੇ 20 ਰੁਪਏ ਦੀ ਬੋਤਲ 25 'ਚ ਚਾਰਜ ਕੀਤੀ। ਮੈਨੂੰ ਪੁੱਛਿਆ ਕਿ ਇਹ ਕਿਉਂ, ਉਹ ਕਹਿੰਦਾ ਜੀ ਇਸ ਸਮੇਂ ਮੈਂ ਇੱਥੇ 400 ਰੁਪਇਆ ਦਿਹਾੜੀ ਦੇ ਰਿਹਾ, ਰਾਤ ਦਾ ਹੀ ਸਲੋਟ ਜਿਹੜਾ ਲਿਆ ਆ। ਸੋ ਇਹਨਾਂ ਦੇ ਵੀ ਖਰਚੇ ਨੇ, ਅਸੀਂ ਐਕਚੁਅਲੀ ਅਨਅਵੇਅਰ ਹੁੰਨੇ ਆ, ਇਹਨਾਂ ਦੇ ਵੀ ਬੜੇ ਖਰਚੇ ਨੇ, ਤਾਂ ਉਹ ਖਰਚੇ ਪੂਰੇ ਕਿਵੇਂ ਹੋਣਗੇ ਜੀ। ਇਹ ਬਿਲਕੁਲ ਬਹੁਤ ਵੱਡਾ ਸਵਾਲ ਹੈ। ਹੁਣ ਕਰੋਨਾ ਮਹਾਮਾਰੀ ਤੋਂ ਕਿਵੇਂ ਲੋਕ, ਇੱਕ ਤਾਂ ਕਰੋਨਾ ਮਹਾਮਾਰੀ ਤੋਂ ਬਚ ਰਹੇ ਨੇ, ਦੂਸਰਾ ਇਹ ਵੀ ਬਚ ਰਹੇ ਨੇ ਕਿ ਉਹਨਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਹੁਣ ਅਸੀਂ ਆਪਣੇ ਘਰ ਪਰਿਵਾਰ ਦੇ ਖਰਚੇ ਕਿਵੇਂ ਚਲਾਵਾਂਗੇ। ਸਰਕਾਰ ਵੱਲੋਂ ਹਦਾਇਤਾਂ ਤਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ, ਪਰ ਕੋਈ ਸੰਵਿਧਾਨ ਨਹੀਂ ਉਹਨਾਂ ਨੂੰ। ਚੀਜ਼ ਹੈ, ਸਾਡੇ ਸ਼ਹਿਰ 'ਚ ਗੋਲ ਗੱਪਿਆਂ ਦਾ ਕਰੇਜ਼ ਬੜਾ ਹੈ ਜੀ, ਔਰ ਗੋਲ ਗੱਪੇ ਖਾਂਦੇ ਵੀ ਉਹੀ ਨੇ, ਸਵਾਦ ਜਿਹੜਾ ਹੈ ਫੇਂਕ ਕੇ ਖਾਧਾ ਜਾਂਦਾ ਜੀ। ਸਰ ਆਓ। ਸੋ ਕਈ ਵੇਲੇ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਹੈ, ਔਰ ਦੇਖੋ ਸਾਡਾ ਸ਼ਹਿਰ ਜਿਹੜਾ ਨਾ ਜੀ ਇਹ ਰੇਹੜੀ ਫਰੈਂਡਲੀ ਬਹੁਤ ਹੈ। ਅਸੀਂ ਵੱਖ-ਵੱਖ ਹੋਟਲ 'ਚ ਤਾਂ ਜਾਂਦੇ, ਲੇਕਿਨ ਸ਼ਾਮ ਨੂੰ ਰੇਹੜੀ 'ਤੇ ਵਪਾਰ ਮੰਡਲ ਤੋਂ ਸਰ ਸਾਡੇ ਨਾਲ ਆ ਗਏ ਨੇ ਪ੍ਰਵੀਨ ਭਾਟੀਆ ਜੀ, ਮੈਂ ਇਹਨਾਂ ਦਾ ਜ਼ਰੂਰ ਵਰਜਨ ਲਵਾਂਗਾ। ਸੋ ਵਪਾਰ ਮੰਡਲ ਦੇ ਪ੍ਰਧਾਨ ਪ੍ਰਵੀਨ ਭਾਟੀਆ ਜੀ ਆ ਗਏ ਨੇ। ਸਰ ਆ ਜਾਓ 1 ਮਿੰਟ। ਅਸੀਂ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਜਿਹੜੀ ਤੁਹਾਡੇ ਥਰੂ ਸਾਡੇ ਤੱਕ ਪਹੁੰਚੀ ਹੈ ਜੀ, ਕਿ 5 ਵਜੇ ਦੁਕਾਨ ਬੰਦ ਕਰਨ ਦਾ ਜਿਹੜਾ ਦਿਸ਼ਾ ਨਿਰਦੇਸ਼ ਹੈ। ਮੈਂ ਜ਼ਰੂਰ ਚਾਹੁੰਦਾ ਕਿ ਤੁਸੀਂ ਅਪੀਲ ਕਰ ਦਿਓ, ਕਿਉਂਕਿ ਤੁਹਾਡੇ ਥਰੂ ਫਸਟ ਹੈਂਡਡ ਜਿਹੜੀ ਆ, ਢੁਕਵੀਂ ਆ, ਉਚਿਤ ਆ, ਉਹ ਇਨਫੋਰਮੇਸ਼ਨ ਪਹੁੰਚਣੀ ਹੈ ਜੀ। ਸਾਨੂੰ ਕਹਿੰਦੇ ਆ ਵਕਤ ਦੇ ਮੁਤਾਬਕ ਚੱਲਣਾ ਪੈਂਦਾ। ਅੱਜ ਮੇਰੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ, ਉਹਦੇ ਮੁਤਾਬਕ ਜੋ ਉਹਨਾਂ ਨੇ ਸ਼ਡਿਊਲ ਭੇਜਿਆ ਆਪਣਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਸੀ। ਔਰ 5 ਵਜੇ ਦੁਕਾਨਾਂ ਬੰਦ ਹੈ ਜੀ। ਇਹ ਨੁਕਸਾਨ ਵੀ ਹੈ, ਫਾਇਦਾ ਵੀ ਹੈ। ਨੁਕਸਾਨ ਦੁਕਾਨਦਾਰ, ਤੁਹਾਨੂੰ ਮੈਂ ਅੱਗੇ ਦੱਸਿਆ, ਦੁਕਾਨਦਾਰ ਬਹੁਤ ਪਰੇਸ਼ਾਨ ਹੈ, ਦੁਕਾਨਦਾਰੀ ਕੰਮ ਰਿਹਾ ਨਹੀਂ, ਤੇ ਉਹਦੇ 'ਚ ਛੋਟਾ ਦੁਕਾਨਦਾਰ ਪਿਸਦਾ ਪਿਆ ਹੈ। ਪਰ ਜੇ ਦੂਜੇ ਪਾਸੇ ਦੇਖਿਆ ਜਾਵੇ, ਕਰੋਨਾ ਦੇ ਜੋ ਹਾਲਾਤ ਬਣੇ ਆ, ਸਾਡਾ ਛੋਟਾ ਜਿਹਾ ਸ਼ਹਿਰ ਹੈ, 70 ਦੀ ਐਵਰੇਜ, 80 ਦੀ ਐਵਰੇਜ ਰੋਜ਼ ਦੀ ਆ ਰਹੀ ਹੈ, ਉਹ ਤੁਸੀਂ ਸਾਰੇ ਜਾਣਦੇ ਹੀ ਹੋ। 100 ਮੌਤਾਂ ਹੋ ਗਈਆਂ ਜੀ ਪੂਰੇ ਸੂਬੇ ਵਿੱਚ। ਪੂਰੇ ਸੂਬੇ 'ਚ ਵੀ 100 ਮੌਤਾਂ। ਹੁਣ ਜੇ ਇਹ ਹਾਲਾਤ ਦੇਖੀਏ, ਡੀਸੀ ਸਾਹਿਬ ਨਾਲ ਜਦੋਂ ਗੱਲ ਹੋਈ ਹੈ, ਉਹਨਾਂ ਨੇ ਜੋ ਦੱਸਿਆ ਵੀ ਇਹਨੂੰ ਵੀ ਕਾਬੂ ਕਰਨਾ, ਇਹ ਵੀ ਜ਼ਰੂਰੀ ਹੈ। ਜੀਂਦੇ ਰਹਾਂਗੇ ਤੇ ਤਾਂ ਹੀ ਕੰਮ ਚੱਲਣਗੇ, ਕੰਮਕਾਰ ਵੀ ਤਾਂ ਹੀ ਚੰਗੇ ਲੱਗਦੇ ਆ। ਤੇ ਆਪਣੇ ਸ਼ਹਿਰ ਦੇ ਵਿੱਚ ਵੀ ਬਹੁਤ, ਤੁਹਾਨੂੰ ਵੀ ਪਤਾ, ਕੇਸ ਬਹੁਤ ਆ ਰਹੇ ਆ, ਔਰ ਇਹੋ ਜਿਹੇ ਵੀ ਹੈ। ਮੈਂ ਹੁਣ ਕਹਿੰਦਾ ਚੰਗਾ ਨਹੀਂ ਲੱਗਦਾ, ਬਹੁਤ ਸੱਜਣਾ ਮਿੱਤਰਾਂ ਨੂੰ ਸਮਝਾਉਣਾ ਵੀ ਅਗਰ ਤੁਹਾਨੂੰ ਲੱਛਣ ਨਜ਼ਰ ਆਉਂਦੇ ਆ ਤੇ ਆਪਣਾ ਟੈਸਟ ਕਰਾ ਲਓ। ਨਹੀਂ ਵੀ ਟੈਸਟ ਕਰਾਉਣਾ ਤੇ ਚਲੋ ਕਮ ਸੇ ਕਮ ਆਪਾਂ ਆਪਣੇ ਘਰ 'ਚ ਤਾਂ ਰਹਿ ਸਕਦੇ ਹਾਂ। ਅੱਜ ਮੈਂ ਹੁਣ ਵੀ ਇਹੀ ਗਾਈਡ ਕਰਕੇ ਆਇਆ 2 ਬੰਦਿਆਂ ਨੂੰ ਵੀ ਤੁਹਾਨੂੰ ਜੇ ਨਹੀਂ ਸਿੰਪਟਮ ਨਜ਼ਰ ਆਉਂਦੇ ਆ ਵੀ ਚਲੋ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਓ। ਹਾਂ, ਸਰਕਾਰ ਵੀ ਇਹੀ ਕਹਿੰਦੀ ਹੈ ਕਿ ਸਾਨੂੰ ਲੋਕਡਾਊਨ ਕਰਨ ਦਾ, ਮਿੰਨੀ ਲੋਕਡਾਊਨ ਲਾਉਣ ਦਾ ਕਾਰਨ ਹੀ ਇਹ ਹੈ ਕਿ ਜਿਹੜੇ ਅਗਰ ਕੋਈ ਕਰੋਨਾ ਪੀੜਤ ਹੈ ਕਿ ਉੱਥੇ ਰਹਿ ਜਾਵੇ ਤਾਂ ਕਿ ਫੈਲੇ ਨਾ, ਇਹਦਾ ਫੈਲਾਅ ਘਟਾਉਣਾ। ਬਿਲਕੁਲ, ਇਹ ਫੈਲਾਅ ਘਟਾਉਣ ਵਾਸਤੇ ਇਸ ਗੱਲ ਨਾਲ ਅਸੀਂ ਸਹਿਮਤ ਹਾਂ। ਅਸੀਂ ਦੁਕਾਨਦਾਰ ਪ੍ਰਸ਼ਾਸਨ ਦੇ ਨਾਲ ਇਸ ਗੱਲੋਂ। ਪਰ ਜੇ ਅਸੀਂ ਦੁਕਾਨਦਾਰੀ ਵਾਲੇ ਦੇਖੀਏ, ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਮਾੜੇ ਆ। ਇਹ ਮਜਬੂਰੀ 'ਚ ਹੈ, ਕੀ ਕਰੀਏ, ਇਹ ਮਜਬੂਰੀ 'ਚ ਕਰਨਾ ਪੈ ਰਿਹਾ, ਸਾਥ ਦੇਣਾ ਪੈ ਰਿਹਾ। ਦੁਕਾਨਦਾਰ ਦੇ ਅਗਰ ਇੱਕ ਤੋਂ ਦੁੱਖ ਤੁਸੀਂ ਸਾਂਝੇ ਕਰਨਾ ਚਾਹੋ, ਕਿਉਂਕਿ ਸਾਰੇ ਤੁਹਾਡੇ ਤੱਕ ਪਹੁੰਚ ਕਰਦੇ ਨੇ। ਦੇਖੋ ਦੁਕਾਨਦਾਰ, ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸੀ, ਦੁਕਾਨਦਾਰ ਦੁਖੀ ਹੈ, ਇਸ ਲਈ ਕੰਮ 25 ਪੈਸੇ ਵੀ ਹੈ ਨਹੀਂ, ਠੀਕ ਹੈ ਜੀ। ਉਸ ਤੋਂ ਬਾਅਦ ਆਹ ਜਿਹੜੀ ਚੀਜ਼ਾਂ ਚੱਲਦੀਆਂ, ਹੁਣ ਰੱਬ ਦੀ ਮਾਰ ਹੈ, ਇਹ 'ਚ ਕੋਈ ਬੇਬਸੀ ਜੀ ਜਾਂ ਪ੍ਰਸ਼ਾਸਨ ਅੱਗੇ ਵੀ ਮਿੰਨਤ ਕੀ ਕਰੀਏ, ਜਾਂ ਪੰਜਾਬ ਸਰਕਾਰ ਦਾ ਹੀ ਫੈਸਲਾ ਆ ਗਿਆ ਕਿਸੇ ਹੱਦ ਤੱਕ ਠੀਕ ਵੀ ਹੈ। ਤੇ ਜੇ ਦੁਕਾਨਦਾਰ ਇਹ ਲਿਹਾਜ਼ ਨਾ ਦੇਖੇ ਵੀ ਤਾਂ ਰੋਂਗ ਬਹੁਤ ਆ, ਕਿਉਂਕਿ ਕੰਮ ਦੁਕਾਨਦਾਰ ਕਹਿੰਦਾ ਕਿਰਾਇਆ ਤਾਂ ਖੜਾ, ਬਿਜਲੀ ਦਾ ਬਿੱਲ ਖੜਾ ਹੈ ਜੀ। ਬਹੁਤ ਔਖਾ ਜੀ, ਬਹੁਤ ਜ਼ਿਆਦਾ ਔਖਾ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀ, ਦੁਕਾਨਦਾਰ ਕਰਜ਼ਾ ਚੱਕ ਕੇ ਆਪਣੇ ਦੁਕਾਨਦਾਰ ਦੀ ਕਿਰਾਇਆ ਦੇ ਰਿਹਾ, EMPLOYEES ਨੂੰ ਜਿਹੜੀ ਸੈਲਰੀ ਦੇ ਰਿਹਾ,
ਘਰ ਦਾ ਗੁਜ਼ਾਰਾ ਕਿਵੇਂ ਕਰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਬਹੁਤ ਬੁਰਾ ਹਾਲ ਹੈ। ਸਾਡੀ ਸਰਕਾਰਾਂ ਨੂੰ ਵੀ ਬਾਹਰਲੀਆਂ ਸਰਕਾਰਾਂ ਵਾਂਗਰ ਸੋਚਣਾ ਚਾਹੀਦਾ ਵੀ ਕੋਈ ਦੁਕਾਨਦਾਰ ਜਿੱਥੇ ਉੱਥੇ ਘਰ ਬੈਠੇ ਪੈਸੇ ਮਿਲਦੇ ਆ, ਸਾਡੇ ਵੀ ਮੁਲਕ 'ਚ ਇਦਾਂ ਦਾ ਹੋਵੇ ਤਾਂ ਸਵਰਗ ਹੈ। ਹੋਰ ਮਤ ਦੱਸੋ ਤੁਹਾਨੂੰ ਕੀ ਕਹਿ ਸਕਦਾ, ਦੁਕਾਨਦਾਰ ਦੁਖੀ ਹੈ। ਚਲੋ ਮੈਂ ਤੁਹਾਡਾ ਦਰਦ ਵੀ ਸਮਝਦਾ ਜੀ। ਬਿਲਕੁਲ ਆਪਣੇ ਦੁਕਾਨਦਾਰ ਭਾਈਚਾਰੇ ਦੇ ਨਾਲ ਨੇ ਵਪਾਰ ਮੰਡਲ ਤੋਂ ਪ੍ਰਧਾਨ ਪ੍ਰਵੀਨ ਭਾਟੀਆ ਜੀ, ਪਰ ਸਰਕਾਰਾਂ ਨੂੰ ਵੀ ਇੱਥੇ ਗੁਹਾਰ ਲਗਾ ਰਹੇ ਨੇ, ਬੇਨਤੀ ਕਰ ਰਹੇ ਨੇ ਕਿ ਜ਼ਰੂਰ ਸੋਚਣਾ ਚਾਹੀਦਾ। ਅਸੀਂ ਵਾਰ-ਵਾਰ ਇਹੀ ਕਹਿ ਰਹੇ ਭਾਟੀਆ ਸਾਹਿਬ ਕਿ ਐਟਲੀਸਟ ਕੋਈ ਕਾਉਂਸਲਿੰਗ, ਕੋਈ ਇਹਨਾਂ ਤੱਕ ਪਹੁੰਚ ਕਰੇ, ਕੋਈ ਇਹਨਾਂ ਦੇ ਦੁੱਖ ਸੁਣੇ, ਕਿਉਂਕਿ ਜਿਵੇਂ ਹੁਣ ਉਹ ਰੇਹੜੀ ਵਾਲੇ ਨੇ, ਉਹ ਕਹਿੰਦੇ ਨੇ ਅਸੀਂ 5 ਵਜੇ ਆਉਂਦੇ, ਅਗਰ 5 ਵਜੇ ਵਾਪਸ ਚਲੇ ਜਾਵਾਂਗੇ। ਰੇਹੜੀ ਵਾਲੇ ਨੇ, ਕਈ ਰੇਹੜੀ ਵਾਲੇ ਦੁਕਾਨਦਾਰ ਵੀ ਇਹੀ ਹੈ ਕਿ ਉਹ ਸ਼ਾਮ ਨੂੰ ਜੇ ਕੋਈ 200 500 1000 ਇਹ ਸੇਲ ਹੋ ਰਹੀ ਹੈ, ਉਹ ਕੀ ਖਾਵੇ, ਉਹ ਘਰ ਕੀ ਲੈ ਕੇ ਜਾਵੇ। EMPLOYEES ਦੀ ਤਨਖਾਹ ਖੜੀ ਹੈ, ਉਹਨਾਂ ਦੀ ਤਨਖਾਹ ਵੱਖਰੀ, ਬਿਜਲੀ ਦੇ ਬਿੱਲ ਵੱਖਰੇ, ਅੱਗੋਂ ਗਰਮੀ ਆ ਗਈ, ਏਸੀ ਚੱਲਣੇ ਦੁਕਾਨਾਂ ਤੇ। ਦੁਕਾਨਦਾਰਾਂ ਦੇ ਨਿਆਣੇ ਨੌਕਰੀ ਕਰਦੇ ਸੀ, ਨੌਕਰੀ ਛੁੱਟ ਗਈ ਹੈ ਜੀ। ਜਾਂ ਨੌਕਰੀ COVID-19 ਕਰਕੇ ਉਹਨਾਂ ਨੂੰ ਜਵਾਬ ਦਿੱਤਾ ਗਿਆ ਕਿ ਤੁਸੀਂ ਘਰ ਬਹਿ ਜਾਓ। ਇਹ ਸਾਡੇ ਮੁਲਕ ਦਾ ਰੱਬ ਰੱਖਾ ਹੈ ਜੀ। ਮੈਂ ਤਾਂ ਪੰਜਾਬੀ 'ਚ ਇਹੀ ਗੱਲ ਕਹਾਂਗਾ ਜੀ, ਹੋਰ ਹੁਣ ਕੀ ਕਹਿ ਸਕਦੇ ਆ। ਰੱਬ ਰੱਖਾ ਹੈ ਜੀ, ਰੱਬ ਰੱਖਾ। ਬਹੁਤ ਸ਼ੁਕਰੀਆ ਭਾਟੀਆ ਜੀ ਦੇ ਥਰੂ ਤੁਹਾਨੂੰ ਇਨਫੋਰਮੇਸ਼ਨ ਪਹੁੰਚਾ ਦਿੱਤੀ ਹੈ ਕਿ ਸ਼ਾਪਸ 5 ਵਜੇ ਬੰਦ ਹੋਣੀਆਂ ਚਾਹੀਦੀਆਂ ਜੀ। ਤੇ ਪੁਲਿਸ ਪ੍ਰਸ਼ਾਸਨ ਵੀ ਹੁਣ ਕਦੋਂ ਆਏਗਾ ਜੀ? ਪੁਲਿਸ ਪ੍ਰਸ਼ਾਸਨ ਨਾਲ ਵੀ ਮੇਰੀ ਗੱਲ ਹੋਈ, ਉਹ ਕਹਿੰਦੇ ਅੱਜ ਅਸੀਂ ਕੁਝ ਨਹੀਂ ਕਵਾਂਗੇ। ਮੈਂ ਕਿਹਾ ਕਹਿਣਾ ਵੀ ਕੁਝ ਨਹੀਂ, ਪਹਿਲਾ ਦਿਨ ਦਾ, ਕਿਉਂਕਿ 6 ਵਜੇ ਦਾ ਭੁਲੇਖਾ ਸੀਗਾ ਤੇ ਅੱਜ ਉਹ 5 ਵਜੇ ਹੁਣੇ ਬਸ ਆਉਣ ਲੱਗੇ PCR, ਔਰ ਕਹਿਣਗੇ ਕਿਸੇ ਨੂੰ ਹੱਥ ਜੋੜਨਗੇ ਵੀ ਦੁਕਾਨਾਂ ਟਾਈਮ 5 ਵਜੇ ਦਾ। ਅੱਜ ਮੈਂ ਉਹਨਾਂ ਨੂੰ ਕਹਿ ਦਿੱਤਾ ਕਿਸੇ ਦਾ ਕੋਈ ਸਖਤੀ ਨਹੀਂ ਕਰਨੀ, ਸਿਰਫ ਅਗਾਹ ਕਰਨਾ ਹੈ ਦੁਕਾਨਦਾਰਾਂ ਵੀ ਟਾਈਮ 5 ਵਜੇ ਦਾ। ਬਾਕੀ ਚਲੋ ਸਿਆਣੇ ਅੱਜ ਕੱਲ੍ਹ ਤੁਹਾਡੇ ਥਰੂ ਵੀ ਪਤਾ ਲੱਗ ਗਿਆ ਵੀ ਦੁਕਾਨਾਂ ਟਾਈਮ 5 ਵਜੇ। ਕੱਲ੍ਹ 5 ਵਜੇ ਮੇਰੀ ਬੇਨਤੀ ਸਾਰੇ ਆਪਣੇ ਆਪ ਬੰਦ ਕਰ ਦਿਓ, ਸਾਨੂੰ ਮੌਕਾ ਹੀ ਨਾ ਮਿਲੇ ਕਿਸੇ ਨੂੰ ਕੁਝ ਕਹਿਣ ਦਾ ਜੀ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਕਿ ਮੌਕਾ ਹੀ ਨਾ ਮਿਲੇ, ਕੋਈ ਤਕਰਾਰ ਨਾ ਹੋਵੇ। ਅੱਜ ਤੁਸੀਂ 5 ਵਜੇ ਵੈਸੇ ਸ਼ਾਪਸ ਬੰਦ ਕਰਨੀਆਂ ਸ਼ੁਰੂ ਕਰ ਦਿਓ। ਸੋ ਸਾਰਿਆਂ ਦਾ ਬਹੁਤ ਸ਼ੁਕਰੀਆ ਜਿੰਨੇ ਵੀ ਐਪਰੀਸ਼ੀਏਟ ਕਰਦੇ ਨੇ। ਤਾਂ ਉਹਨਾਂ ਨੇ ਦੱਸਿਆ ਭਾਟੀਆ ਜੀ ਨੇ ਕਿ 5 ਵਜੇ ਹੀ ਜਿਹੜਾ ਟਾਈਮ ਹੈ, ਐਕਚੁਅਲ ਟਾਈਮ 5 ਵਜੇ ਦਾ ਹੀ ਹੈ। ਤਾਂ 5 ਵਜੇ ਸ਼ਾਪਸ ਨੂੰ ਵਧਾ ਦਿਓ। ਬੰਦ ਅਸੀਂ ਸ਼ਬਦ ਨਹੀਂ ਵਰਤ ਰਹੇ ਕਿਉਂਕਿ ਬੰਦ ਸ਼ਬਦ ਢੁਕਵਾਂ ਨਹੀਂ ਹੈ, ਉਚਿਤ ਨਹੀਂ ਹੈ। ਔਰ 5 ਵਜੇ ਸ਼ਾਪਸ ਨੂੰ ਜਿਵੇਂ ਪ੍ਰਵੀਨ ਭਾਟੀਆ ਜੀ ਨੇ ਕਿਹਾ ਕਿ 5 ਵਜੇ ਬੰਦ ਕਰ ਦੇਣਾ, 6 ਵਜੇ ਤੱਕ ਆਪਣੇ ਤੁਸੀਂ ਟਿਕਾਣੇ ਤੇ ਪਹੁੰਚ ਸਕਦੇ ਹੋ। ਔਰ ਕੱਲ ਤੋਂ ਜਿਹੜੀ ਹੈ ਉਹ ਸਖਤੀ ਹੋ ਸਕਦੀ ਹੈ, ਲੇਕਿਨ ਅੱਜ ਜਿਵੇਂ ਦੱਸਿਆ ਪ੍ਰਵੀਨ ਭਾਟੀਆ ਜੀ ਨੇ ਕਿ ਪੁਲਿਸ ਪ੍ਰਸ਼ਾਸਨ ਆਏਗਾ, ਸਾਰਿਆਂ ਨੂੰ ਬੇਨਤੀ ਕਰਕੇ ਜਾਏਗਾ ਕਿ ਸਮਾਂ 6 ਵਜੇ ਦਾ ਹੈ ਘਰ ਪਹੁੰਚਣ ਦਾ, ਆਪਣੇ ਟਿਕਾਣੇ ਤੇ ਪਹੁੰਚਣ ਦਾ, ਲੇਕਿਨ ਸ਼ਟਰ ਡਾਊਨ ਕਰਨ ਦਾ ਹੈ 5 ਵਜੇ ਦਾ। ਔਰ ਲੋਕਾਂ ਦੇ ਸ਼ਟਰ ਦਾ ਸ਼ੀਖਾ ਪਹਿਲੇ ਹੀ ਡਾਊਨ ਹੋ ਚੁੱਕੇ ਨੇ। ਹੁਣ ਰੀਜ਼ਨ ਸ਼ੀਖਾ ਇਹੀ ਹੈ ਜਿਹੜਾ ਆਪਾਂ ਸਮਝਦੇ ਹਾਂ ਕਿ ਲੋਕਾਂ ਨੂੰ ਰਾਹਤ ਕੋਈ ਨਹੀਂ ਹੈ। ਲੋਕੀ ਸਬਰ ਕਰਨ ਤਾਂ ਕਿਵੇਂ ਕਰਨ? ਲੋਕੀ ਬੇਖਬਰ ਨਹੀਂ ਨੇ, ਲੇਕਿਨ ਸਬਰ ਕਿਵੇਂ ਕਰਨ? ਹੁਣ ਜਿਹਦੀ ਦੁਕਾਨ ਤੇ ਕੋਈ ਆਇਆ ਹੀ ਨਹੀਂ, ਜਿਵੇਂ ਭਾਟੀਆ ਜੀ ਦੱਸ ਕੇ ਗਏ ਨੇ 200 500 1000 ਅਗਰ ਸੇਲ ਹੈ ਤਾਂ ਉਹਦੇ ਵਿੱਚ ਬਿਜਲੀ ਦਾ ਬਿੱਲ ਵੀ ਦੇਣਾ ਹੈ, ਦੁਕਾਨ ਦਾ ਕਿਰਾਇਆ ਵੀ ਦੇਣਾ ਹੈ, EMPLOYEE ਦੀ ਤਨਖਾਹ ਵੀ ਕੱਢਣੀ ਹੈ, ਦਵਾ ਦਾਰੂ ਵੀ ਲੈਣੀ ਹੈ, ਘਰ ਦੇ ਬਿਜਲੀ ਦਾ ਬਿੱਲ ਵੀ ਹੈ, ਘਰ ਦਾ ਖਰਚਾ ਕਿਸ ਦੀ ਕਿਸ਼ਤ ਜਾਂਦੀ ਹੈ, ਕਿਵੇਂ ਚੱਲੇਗਾ? ਆਮ ਰੀਅਲੀ ਸਰਪ੍ਰਾਈਜ਼, ਆਮ ਰੀਅਲੀ ਵਰਿਡ ਫॉर द ਸ਼ਾਪਕੀਪਰਸ। ਤਾਂ ਇਹ ਸਰਕਾਰਾਂ ਦਾ ਕੰਮ ਹੈ ਐਕਚੁਅਲੀ ਸੋਚਣਾ। ਬਿਲਕੁਲ ਸਰਕਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸ ਮਹਾਮਾਰੀ ਤੋਂ ਕਿਵੇਂ ਠੱਲ ਪਾਉਣੀ ਹੈ ਤੇ ਕਿਵੇਂ ਹਾਲਾਤ ਜਿਹੜੇ ਨੇ ਕਾਬੂ ਕਰਨੇ ਨੇ ਦੇਸ਼ ਦੇ। ਇਹ ਬਹੁਤ ਵੱਡਾ ਸਵਾਲ ਸਰਕਾਰਾਂ ਦੇ ਉੱਤੇ ਹੀ ਖੜਾ ਨਜ਼ਰ ਆਉਂਦਾ ਹੈ। ਤੇ ਜੇ ਇਹ ਵੀ ਵੱਡੀ ਸੂਰੀ ਸਾਹਿਬ ਗੱਲ ਹੈ ਕਿ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਤੁਸੀਂ ਪਾਸ ਕਰਦੇ ਹੋ, ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਵੇਂ ਇਸ ਤੇ ਮੈਂ ਪਾਸ ਨਹੀਂ ਕਰਦਾ, ਸਰਕਾਰਾਂ ਪਾਸ ਕਰਦੇ ਹੋ ਜੀ। ਜੀ ਸਰਕਾਰ ਜਿਹੜੀਆਂ ਪਾਸ ਕਰ ਰਹੇ ਨੇ, ਉਹੀ ਸਵਾਲ ਹੈ ਤੁਹਾਡੇ ਕੋਲ ਹੀ ਕਿ ਸਰਕਾਰ ਜਿਹੜੀ ਪਾਸ ਕਰ ਰਹੀਆਂ ਨੇ, ਲੋਕਾਂ ਨੂੰ ਉਸ ਵਕਤ ਸਮਝ ਨਹੀਂ ਆਉਂਦਾ ਕਿ ਹੁਣ ਉਹ ਕਰਨ ਤੇ ਕੀ ਕਰਨ। ਇਹ ਵੱਡਾ ਸਵਾਲ ਖੜਾ। ਅੱਛਾ, ਇੱਕ ਕੁਐਸਚਨ ਆ ਗਿਆ ਜੀ, ਮੈਂ ਦੱਸ ਦਿੰਦਾ। ਸਾਡੇ ਸਹਿਯੋਗੀ ਜੀ ਨੇ ਦੱਸਿਆ ਕਿ ਇਹ ਕੁਐਸਚਨ ਪੁੱਟ ਕੀਤਾ ਕਿ ਡਿਲੀਵਰੀ ਕਿੰਨੇ ਵਜੇ ਤੱਕ ਹੈ, ਤਾਂ ਡਿਲੀਵਰੀ ਦਾ ਟਾਈਮ 9 ਵਜੇ ਤੱਕ ਆ। ਬਹਿ ਕੇ ਨਹੀਂ ਖਾ ਸਕਦੇ ਕਿਸੇ ਰੈਸਟੋਰੈਂਟ 'ਚ ਜਾ ਕੇ, ਲੇਕਿਨ ਡਿਲੀਵਰੀ ਰਾਤ ਦੇ 9 ਵਜੇ ਤੱਕ ਹੈ ਜੀ। ਔਰ ਡਿਲੀਵਰੀ ਜਿਹੜੀ ਹੈ ਤੁਸੀਂ ਆਰਡਰ ਕਰਕੇ ਮੰਗਾਣੀ ਹੈ, ਜਾ ਕੇ ਵੀ ਆਰਡਰ ਨਹੀਂ ਦੇਣਾ ਕਿਉਂਕਿ 6 ਵਜੇ ਕਰਫਿਊ ਦਾ ਪੂਰਾ ਟਾਈਮ ਹੈ ਜੀ। ਬਿਲਕੁਲ। ਸੋ ਹੁਣ ਇਹ ਤਾਂ ਹੁਣ ਸਰਕਾਰ ਨੂੰ ਹੀ ਸਮਝਣਾ ਪਵੇਗਾ ਕਿ ਕਿਵੇਂ ਸਾਰੀ ਜਿਹੜੀਆਂ ਚੀਜ਼ਾਂ ਤੋਂ ਠੱਲ ਪਾਉਣੀ ਹੈ, ਮਹਾਮਾਰੀ ਤੋਂ ਠੱਲ ਪਾਉਣੀ ਹੈ, ਕਿਵੇਂ ਲੋਕਾਂ ਨੂੰ ਰਾਹਤ ਮਿਲੇਗੀ। ਹੁਣ ਸਰਕਾਰ ਦਾ ਕੰਮ ਹੈ ਕਿਉਂਕਿ ਜਿਹੜੇ ਤੁਸੀਂ ਮਹਾਮਾਰੀ ਦਾ ਨਾਮ ਲੈ ਲਿਆ, ਫਿਰ ਮੈਨੂੰ ਇੱਕ ਸਵਾਲ ਹੋਰ ਦਿਮਾਗ 'ਚ ਆ ਗਿਆ। ਲੋਕੀ ਕਹਿੰਦੇ ਨੇ ਕਿ ਜਦ ਲੋਕਾਂ ਦੀ ਗੱਲ ਕਰ ਰਹੇ ਔਰ ਬਿਲਕੁਲ ਜਾਇਜ਼ ਵੀ ਹੈ, ਲੋਕ ਸਾਡੇ ਬੜੇ ਸੁਹਿਰਦ ਨੇ, ਬੜੇ ਸੋਸ਼ਲ ਨੇ, ਸੋਸ਼ਲ ਨੈਟਵਰਕ ਵੀ ਬੜਾ ਯੂਜ਼ ਕਰਦੇ ਨੇ। ਤਾਂ ਹੁਣ ਉਹ ਕਹਿੰਦੇ ਨੇ ਅਗਰ 2-2 ਵਾਰ ਕੋਵਿਡ ਦੇ ਇੰਜੈਕਸ਼ਨ ਲਗਾ ਕੇ ਫਿਰ ਕਰੋਨਾ ਹੋ ਰਿਹਾ ਤਾਂ ਲੋਕਡਾਊਨ ਕੀ ਹੱਲ ਹੈ? ਪ੍ਰਸ਼ਨ ਹੈ ਲੋਕਾਂ ਦੇ ਦਿਮਾਗ ਵਿੱਚ ਕਿ ਲੋਕਡਾਊਨ ਹੱਲ ਹੈ ਕਿ ਦਵਾਈ ਬਣਾਉਣੀ ਹੱਲ ਹੈ। ਰੀਜ਼ਨ ਇਜ਼ ਦਿਸ ਸ਼ੀਖਾ ਕਿ ਬਿਮਾਰੀ ਅੱਜ ਕੱਲ੍ਹ ਨਹੀਂ ਆਈ, ਇਹ 2019 ਦੀ ਹੈ, ਤਾਂ ਹੀ ਇਹਨੂੰ COVID-19 ਕਿਹਾ ਜਾਂਦਾ ਹੈ। ਔਰ ਸਰਕਾਰ ਉਦੋਂ ਕਿੱਥੇ ਸੀ ਜਦੋਂ ਰੈਲੀਆਂ ਕਰ ਰਹੀ ਸੀ? ਜਦੋਂ ਹੁਣ ਨਵਾਂ ਸ਼ਹਿਰ ਵਿੱਚ ਵੀ ਆਪਾਂ ਦੇਖਦੇ ਹਾਂ ਕਿ MC ਇਲੈਕਸ਼ਨਸ ਹੋਏ ਸੀਗੇ, ਸਰਕਾਰਾਂ ਉਦੋਂ ਕਿੱਥੇ ਸੀ? ਉਦੋਂ ਕੋਈ ਪ੍ਰੀਪਰੇਸ਼ਨਸ ਕਿਉਂ ਨਹੀਂ ਕੀਤੀਆਂ? ਉਦੋਂ ਇਹਨਾਂ ਦੇ ਦਿਮਾਗ 'ਚ ਕੋਈ ਇਨੋਵੇਸ਼ਨ ਆਈਡੀਆ ਕਿਉਂ ਨਹੀਂ ਆਇਆ? ਉਦੋਂ ਲੋਕਡਾਊਨ ਕਿਉਂ ਨਹੀਂ ਲੱਗਿਆ?
ਉਦੋਂ ਲੋਕਾਂ ਨੂੰ ਜਾਗਰੂਕ ਕਿਉਂ ਨਹੀਂ ਕੀਤਾ? ਉਦੋਂ ਤਾਂ ਦਸੰਬਰ ਮਹੀਨੇ ਦੀ ਗੱਲ ਹੈ, ਉਦੋਂ ਇਹ ਕਿਹਾ ਜਾਂਦਾ ਸੀ कोरोना काल में हमने इतनी सहायता की, विच मीन्स कि कोरोना नहीं आ, कोरोना काल में अगर ਇਹਦਾ ਇਹ ਵੀ ਜਵਾਬ ਹੋ ਸਕਦਾ ਸੀ ਕਿ ਹੱਲੇ ਵੀ ਕੋਰੋਨਾ ਚੱਲ ਰਿਹਾ ਹੈ, ਅਵੇਅਰ ਰਹੋ, ਬਿਨਾਂ ਮਾਸਕ ਤੋਂ ਨਾ ਹੋ। ਲੇਕਿਨ ਦਸੰਬਰ ਜਨਵਰੀ ਮਹੀਨੇ ਤੱਕ ਕਿਸੇ ਨੇ ਮਾਸਕ ਵੇਅਰ ਹੀ ਨਹੀਂ ਕੀਤਾ। ਮੇਰਾ ਖਿਆਲ ਅਸੀਂ ਵੀ ਦਿੱਲੀ 2 ਵਾਰ ਜਾ ਆਏ ਹਾਂ, ਉਹਨਾਂ ਦਿਨਾਂ 'ਚ ਅਸੀਂ ਮਾਸਕ ਵੇਅਰ ਨਹੀਂ ਕੀਤਾ। ਬਟ ਜਿਹਨੂੰ ਇਹ ਕੋਰੋਨਾ ਅੱਗੇ ਘੇਰ ਲੈਂਦਾ, ਜਿਹਦੇ ਤੀਰ ਮਾਰਦਾ, ਉਹਦਾ ਕੀ ਹਾਲ ਹੁੰਦਾ ਅੱਜ ਅਸੀਂ ਫੋਨ ਤੇ ਸੁਣ ਹੀ ਲਿਆ। ਕਿਉਂਕਿ ਚੰਦਨਪ੍ਰੀਤ ਨਾਲ ਗੱਲ ਹੋਈ ਹੈ, ਉਹਨਾਂ ਨੇ ਦੱਸਿਆ ਹੈ ਕਿ ਮੈਂ ਬਿਲਕੁਲ ਬਹੁਤ ਅਪਸੈਟ ਹਾਂ, ਤੁਰਿਆ ਵੀ ਨਹੀਂ ਜਾ ਰਿਹਾ, ਫੋਨ ਤੇ ਵੀ ਨਹੀਂ ਗੱਲ ਹੋ ਪਾ ਰਹੀ। ਤਾਂ ਜਿਹਨੂੰ ਇਹ ਕੋਰੋਨਾ ਅੱਗੇ ਢਾਹ ਲੈਂਦਾ ਹੈ ਤਾਂ ਉਹਨੂੰ ਬੜਾ ਔਖਾ ਹੈ। ਲੇਕਿਨ ਲੋਕਾਂ ਦਾ ਇਹੀ ਕਹਿਣਾ ਸੀ, ਥੋੜ੍ਹੇ ਦਿਨ ਪਹਿਲਾਂ ਆਟੋ ਯੂਨੀਅਨ ਨਾਲ ਵੀ ਗੱਲ ਕੀਤੀ ਸੀ, ਉਹਨਾਂ ਦਾ ਇਹੀ ਕਹਿਣਾ ਸੀ ਕਿ ਸਾਡੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ। ਇਹ ਆਟੋ ਯੂਨੀਅਨ ਦਾ ਕਹਿਣਾ ਸੀ, ਮੈਂ ਇਸ ਚੀਜ਼ 'ਤੇ ਸਟ੍ਰੈਸ ਦੇ ਰਿਹਾ, ਕੋਈ ਇਹ ਨਾ ਸਮਝੇ ਕਿ ਮੈਂ ਕਹਿ ਰਿਹਾ ਕਿ ਸਾਡੀ ਦੁਕਾਨ ਬੰਦ ਕਰਾ ਦਿੱਤੀ ਹੈ ਪਰ ਕੋਰੋਨਾ ਦੀ ਦੁਕਾਨ ਖੁੱਲ੍ਹ ਗਈ ਹੈ, ਇਹ ਉਹਨਾਂ ਦਾ ਕਹਿਣਾ ਹੈ। ਲੇਕਿਨ ਉਹ ਤਾਂ ਫਿਰ ਵਾਈਸ ਵਰਸਾ ਮੈਂ ਅਗਰ ਗੱਲ ਕਰਾਂ, ਪੈਰਲਲੀ ਚੱਲੀਏ ਤਾਂ ਕੋਰੋਨਾ ਹੈ, ਕਿਉਂਕਿ ਪੇਸ਼ੈਂਟਸ ਦੇਖੋ ਡੈਥਸ ਹੋ ਰਹੀਆਂ ਨੇ। ਕੱਲ 100 ਡੈਥਸ ਹੋਈਆਂ ਪੰਜਾਬ ਜੀ। ਸ਼ਿਕਾ ਬਿਲਕੁਲ। ਸੋ ਹੁਣ ਇਹ ਸਰਕਾਰ ਹੀ ਸਮਝੇ ਔਰ ਸਰਕਾਰ ਹੀ ਜਾਣੇ ਕਿ ਕਿਵੇਂ ਸਾਰੇ ਦੇਸ਼ ਦਾ ਹਾਲਾਤ ਸਹੀ ਕਰਨੇ ਨੇ, ਕਿਵੇਂ ਲੋਕਾਂ ਨੂੰ ਰਾਹਤ ਦੇਣੀ ਹੈ। ਹੁਣ ਸਾਰਾ ਸਵਾਲ ਸਰਕਾਰ ਤੇ ਹੀ ਆ ਕੇ ਖੜਾ ਹੁੰਦਾ, ਕਿਉਂਕਿ ਲੋਕਾਂ ਦੀਆਂ ਨਜ਼ਰਾਂ ਸਰਕਾਰ ਤੇ ਹੀ ਖੜੀਆਂ ਨੇ, ਸਰਕਾਰਾਂ ਤੋਂ ਹੀ ਉਹਨਾਂ ਦੇ ਜਿਹੜੀ ਉਮੀਦ ਲਗਾਈ ਹੋਈ ਹੈ। ਸੋ ਇਹ ਸੀਗੀ ਅੱਜ ਦੀ ਤਾਜ਼ਾ ਅਪਡੇਟ, ਤੇ ਹੋਰ ਅਪਡੇਟ ਲੈ ਕੇ ਮੈਂ ਜ਼ਰੂਰ ਇੱਕ ਵਾਰੀ ਚਾਹਾਂਗਾ, ਕਿਉਂਕਿ ਟੀਮ ਪਿੱਛੇ ਕਹਿ ਰਹੀ ਹੈ, ਕਮੈਂਟਸ ਆ ਰਹੇ ਨੇ, ਅਗਰ ਤੁਸੀਂ ਚਾਹੁੰਦੇ ਹੋ ਥੋੜਾ ਜਿਹਾ, ਕਿਉਂਕਿ ਸਿਚੁਏਸ਼ਨ ਉਹਨਾਂ ਨੂੰ ਜ਼ਿਆਦਾ ਬਿਹਤਰ ਪਤਾ ਹੈ, ਕਿਉਂਕਿ ਸਕਰੀਨ ਦੇ ਪਿੱਛੇ ਉਹ ਨੇ, ਅਸੀਂ ਸਕਰੀਨ ਦੇ ਫਰੰਟ ਤੇ ਹਾਂ। ਕਸਟਮਰ ਵਿਦੁਰ ਤੇਜਪਾਲ ਕਹਿ ਰਹੇ ਨੇ ਕਸਟਮਰ ਸ਼ਾਮ ਨੂੰ ਨਿਕਲਦਾ ਵੀਰ ਜੀ ਕਮਾਣਾ, ਇਹਨਾਂ ਨੇ ਥੋੜੀ ਦੂਜੀ ਲੈਂਗੁਏਜ ਵਰਤੀ ਹੈ, ਤਾਂ ਭੁੱਖੇ ਮਰਦੇ ਪਏ ਆ। ਤਾਂ ਗੱਲ ਅਸੀਂ ਪਹਿਲਾਂ ਹੀ ਇਹ ਕਰ ਦਿੱਤੀ ਹੈ ਜੀ, ਅਸੀਂ ਤੁਹਾਡੇ ਬਿਲਕੁਲ ਤੁਹਾਡੇ ਨਾਲ ਸਾਡੀ ਸਹਾਨੁਭੂਤੀ ਹੈ, ਹਮਦਰਦੀ ਹੈ। ਕੁਲਬੀਰ ਬਿੱਲਾ ਕਹਿ ਰਹੇ ਨੇ ਠੇਕੇ ਵੀ ਬੰਦ ਕਰੋ ਜੀ। ਅਸੀਂ 2-4 ਵਾਰੀ ਉਧਰ ਵੀਡੀਓਜ਼ ਦਿਖਾ ਚੁੱਕੇ ਹਾਂ ਜੀ। ਔਰ ਇੱਕ ਗੜਬੜ ਹੋਰ ਵੀ ਹੈ, ਸਾਨੂੰ ਇੱਕ ਦਿਨ ਬੜੀ ਕਾਲਸ ਆਈਆਂ ਕਿ ਠੇਕੇ ਬੰਦ ਕਰਾਓ, ਠੇਕੇ ਬੰਦ ਕਰੋ। ਚੱਲਦੇ ਗੱਲ ਕਰਦੇ ਹਾਂ, ਠੇਕੇ ਬੰਦ ਕਰਾਓ। ਲੇਕਿਨ ਉਹੀ ਬੰਦੇ ਨਾਲ ਜਦੋਂ ਅਸੀਂ ਫੋਨ ਕਰ ਪਿਕ ਕਰ ਲਿਆ, ਕਿਉਂਕਿ ਮੈਸੇਂਜਰ ਤੇ ਮੈਸੇਜ ਆ ਰਿਹਾ ਸੀ, ਤਾਂ ਅਸੀਂ ਪੁੱਛਿਆ ਕਿ ਕਿੱਥੇ ਠੇਕਾ ਖੁੱਲ੍ਹਾ ਹੈ। ਕਹਿੰਦਾ ਜਿੱਥੇ ਖੁੱਲ੍ਹਾ ਹੋਗਾ ਦੱਸ ਦਿਓ, ਮੈਂ ਵੀ ਇੱਕ ਬੋਤਲ ਹੀ ਲੈਣੀ ਹੈ। ਸੋ ਸਮ ਟਾਈਮ ਮਿਸਚੀਵੀਅਸ ਕਮੈਂਟ ਵੀ ਆ ਜਾਂਦੇ ਨੇ, ਕਿਉਂਕਿ ਕਈ ਟਾਈਮ ਪਾਸ ਕਰਦੇ ਨੇ, ਕਈਆਂ ਦੀ ਆਈਡੀ ਇਸ ਕਰਕੇ ਬਣੀ ਹੁੰਦੀ ਹੈ। ਲੇਕਿਨ ਇੱਕ ਚੀਜ਼ ਮੈਂ ਕਲੀਅਰ ਕਰ ਦਵਾਂ ਆਡੀਅנס ਨੂੰ, ਅਸੀਂ ਦਿਖਾਉਂਦੇ ਰਹੇ ਹਾਂ, ਪਰ ਇੱਕ ਚੀਜ਼ ਇਹ ਵੀ ਹੈ ਕਿ ਜਿੰਨੇ PCR ਵਾਲੇ ਸ਼ਾਮ ਨੂੰ ਘੁੰਮਦੇ ਨੇ, ਸਾਡੀ ਤਾਂ ਇੱਕ ਗੱਡੀ ਘੁੰਮਦੀ ਹੈ, ਥਾਂ ਤੇ PCR ਵਾਲੇ ਅਵੇਲੇਬਲ ਹੁੰਦੇ ਨੇ, ਉਹਨਾਂ ਨੂੰ ਸਭ ਪਤਾ। ਸੋ ਅਸੀਂ ਜਿੰਨਾ ਦਿਖਾ ਸਕਦੇ ਦਿਖਾ ਚੁੱਕੇ ਹਾਂ। ਲੇਕਿਨ ਅਗਰ ਕਿਸੇ ਨੂੰ ਕੋਈ ਲੱਗਦਾ, ਡੈਫੀਨੇਟਲੀ ਤੁਸੀਂ ਸਾਡੇ ਨਾਲ ਚੱਲੋ, ਅਸੀਂ ਸਰਕਾਰ ਦਾ ਸਾਥ ਦਿੰਦੇ ਹਾਂ, ਪ੍ਰਸ਼ਾਸਨ ਦਾ ਸਾਥ ਦਿੰਦੇ ਹਾਂ, ਰਲ ਕੇ ਸਾਥ ਦਿੰਦੇ ਹਾਂ। ਬਟ ਕਈ ਵੇਲੇ ਇਹ ਵੀ ਕਮੈਂਟ ਆਉਂਦਾ ਕਿ ਰੋਡ ਤੇ ਕੋਠੀ ਰੋਡ ਤੇ ਕਿਉਂ ਦਿਖਾਇਆ ਜਾਂਦਾ ਹੈ। ਬਟ ਹੁਣ ਅਸੀਂ ਇੱਕ ਅਵੇਅਰ ਕਰ ਰਹੇ ਹਾਂ, ਕਿਉਂਕਿ ਬਾਅਦ ਵਿੱਚ ਜਦੋਂ ਕੋਈ ਟਰਬਲ ਆਉਣੀ ਹੈ, ਕੋਈ ਟੈਂਗਲ ਸਿਚੁਏਸ਼ਨ ਆਉਣੀ ਹੈ, ਫਿਰ ਸਾਡੇ ਤੱਕ ਜਦ ਸਾਡੇ ਭੈਣ ਭਰਾਵਾਂ ਨੇ ਅਪਰੋਚ ਕਰਨੀ ਹੈ ਕਿ ਮੇਰੇ ਨਾਲ ਪ੍ਰੋਬਲਮ ਹੋਇਆ, ਇਸ਼ੂ ਹੋਇਆ, ਵੀ ਮੇਰੀ ਆਵਾਜ਼ ਰੱਖੋ। ਅਸੀਂ ਚਾਹੁੰਦੇ ਕਿ ਉਸ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਜਾਗਰੂਕ ਕੀਤਾ ਜਾਵੇ, ਸਾਰਿਆਂ ਨੂੰ ਦੱਸਿਆ ਜਾਵੇ। ਕਿਉਂਕਿ ਦੇਖੋ ਰੂਲਸ ਨਾ ਤਾਂ ਨਵਾਂ ਸ਼ਹਿਰ ਦੇ ਮੈਮ ਨੇ ਬਣਾਏ, ਜਿਹੜੇ ਇਹ ਸੂਬਾ ਸਰਕਾਰ ਵੱਲੋਂ ਬਣਾਏ ਗਏ ਨੇ, ਇਹ ਉਹ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਇਨਫੋਰਸ ਕਰ ਰਿਹਾ, ਉਹਨੂੰ ਇੰਪਲੀਮੈਂਟ ਕਰ ਰਿਹਾ। ਸੋ ਅਸੀਂ ਤਾਂ ਇਹੀ ਚਾਹ ਰਹੇ ਹਾਂ, ਮੈਂ ਪਹਿਲਾਂ ਵੀ ਇੱਕ ਲਾਈਵ 'ਚ ਕਿਹਾ ਸੀ, ਅਸੀਂ ਪ੍ਰਸ਼ਾਸਨ ਦਾ ਵੀ ਸਹਿਯੋਗ ਦੇਣਾ ਚਾਹੁੰਦੇ ਹਾਂ, ਅਸੀਂ ਆਮ ਪਬਲਿਕ ਦਾ ਵੀ ਸਹਿਯੋਗ ਦੇਣਾ ਚਾਹੁੰਦੇ ਹਾਂ। ਸੋ ਇਹ ਇੱਕ ਜ਼ਰੀਆ ਆ ਜਿਹਦੇ ਥਰੂ ਅਸੀਂ ਦੇਖੋ ਸਾਰੀ ਜਿਹੜੇ ਜੂਸ ਵਾਲੇ ਸੀ ਉਹਨਾਂ ਦੀ ਗੱਲ ਵੀ ਪਹੁੰਚਾਈ ਹੈ, ਜਿਹੜੇ ਵਪਾਰ ਮੰਡਲ ਤੋਂ ਪ੍ਰਧਾਨ ਨੇ ਉਹਨਾਂ ਤੋਂ ਵੀ ਸੁਣਿਆ ਕਿ ਆਮ ਦੁਕਾਨਦਾਰਾਂ ਦੇ ਦੁੱਖ ਹੈ ਕੀ ਹੈ, ਦਰਦ ਕੀ ਹੈ, ਉਹਨਾਂ ਦੀ ਨਿਰਾਸ਼ਤਾ ਕੀ ਹੈ। ਤਾਂ ਸਾਰੀਆਂ ਚੀਜ਼ਾਂ ਪਹੁੰਚਾ ਰਹੇ ਹਾਂ ਸਿਰਫ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ, ਤਾਂ ਕਿ ਇਹ ਪਹੁੰਚਣ, ਜ਼ਿਲ੍ਹਾ ਮੈਜਿਸਟ੍ਰੇਟ ਤੱਕ ਪਹੁੰਚੇ, ਉਹ ਫਿਰ ਅੱਗੇ ਫੀਡਬੈਕ ਦੇਣ ਕਿ ਜਿਹੜੇ ਰੇਹੜੀ ਵਰਕ, ਜਿਵੇਂ ਜੂਸ ਦੀ ਰੇਹੜੀ ਵਾਲੇ ਨੇ, ਉਹ ਦੱਸ ਰਹੇ ਨੇ ਕਿ ਜੋ ਕਮਾਉਂਦੇ ਆ ਉਹੀ ਲੱਗ ਜਾਂਦਾ ਹੈ, ਔਰ ਅਗਰ ਇੱਕ ਦਿਨ ਵੀ ਮੰਦਾ ਲੱਗ ਗਿਆ ਤਾਂ ਟਰੈਕ ਚਲਾਉਣਾ ਬਹੁਤ ਔਖਾ ਹੈ। ਬਿਲਕੁਲ। ਸੋ ਫਿਲਹਾਲ ਜਿਹੜੀ ਗੱਲ ਸਿਰਫ ਸਰਕਾਰ ਤੇ ਹੀ ਖੜੀ ਹੁੰਦੀ ਹੈ, ਘੁੰਮ ਕੇ ਸਰਕਾਰ ਹੀ ਜਿਹੜੀ ਕਟਖੜੇ 'ਚ ਖੜੀ ਨਜ਼ਰ ਆਉਂਦੀ ਹੈ, ਕਿਉਂਕਿ ਲੋਕਾਂ ਨੇ ਜਿਹੜੀਆਂ ਉਮੀਦਾਂ ਸਰਕਾਰ ਤੋਂ ਹੀ ਲਾਈਆਂ ਨੇ, ਸਰਕਾਰ ਤੋਂ ਹੀ ਮੰਗ ਕਰਦੇ ਨੇ। ਨਾਲ ਦੀ ਨਾਲ ਇੱਕ ਗੱਲ ਹੋਰ ਵੀ ਹੈ, ਹੁਣ ਪੰਜਾਬ 'ਚ ਇਹ ਗੱਲ ਬਹੁਤ ਵੱਡੀ ਚੱਲੇ ਜਾਣੀ ਅਗਰ ਮੈਂ ਕਰਾਂ, ਪੰਜਾਬ ਵਿੱਚ ਕੋਈ ਵੀ ਆਵੇ ਉਹ ਜ਼ਮੀਨ ਵੀ ਖਰੀਦ ਸਕਦਾ, ਠੀਕ ਹੈ, ਪੰਜਾਬ ਵਿੱਚ ਕੋਈ ਵੀ ਆਵੇ ਉਹ ਆਪਣਾ ਬਿਜ਼ਨਸ ਵੀ ਖੋਲ੍ਹ ਸਕਦਾ। ਹੁਣ ਤੁਸੀਂ ਇਹਨੂੰ ਕਾਊਂਟਰ ਕਰਕੇ ਹਿਮਾਚਲ ਕਰ ਲਓ, ਹਿਮਾਚਲ ਵਿੱਚ ਨਾ ਅਸੀਂ ਜ਼ਮੀਨ ਖਰੀਦ ਸਕਦੇ, ਨਾ ਵਿਦਆਊਟ ਅਸੀਂ ਕਰੋਨਾ ਟੈਸਟ ਨੈਗੇਟਿਵ ਤੋਂ ਹਿਮਾਚਲ ਜਾ ਸਕਦੇ। ਕਿਉਂਕਿ ਮੈਨੂੰ ਚੀਜ਼ ਤਾਂ ਪਤਾ ਕਿਉਂਕਿ ਸਾਡੇ ਇੱਕ ਦੋ ਨੋਨ ਨੇ ਜਿਹੜੇ ਨੇ ਸ਼ੂਟਿੰਗ ਕਰਨ ਜਾਣਾ ਸੀ, ਉੱਧਰ ਸ਼ੂਟਿੰਗ ਉਹ ਵਾਲੀ ਨਹੀਂ ਮੈਂ ਕਹਿ ਰਿਹਾ, ਫਿਲਮ ਦੀ ਸ਼ੂਟਿੰਗ ਕਰਨ ਜਾਣਾ ਸੀ। ਸੋ ਰੀਜ਼ਨ ਇਹ ਆ ਕਿ ਉਹਨਾਂ ਨੇ ਸਖਤੀ ਕੀਤੀ ਹੋਈ ਹੈ। ਇੱਥੇ ਸਾਡੀ ਸੂਬਾ ਸਰਕਾਰ ਵੀ ਸਖਤੀ ਕਰ ਸਕਦੀ ਹੈ ਕਿ ਜਿਹਨੇ ਪੰਜਾਬ ਦੇ ਬਾਰਡਰ ਦੇ ਅੰਦਰ ਐਂਟਰ ਹੋਣਾ ਉਹ ਆਪਣਾ ਨੈਗੇਟਿਵ ਰਿਪੋਰਟ ਲੈ ਕੇ ਆਵੇ, ਪਰ ਉਹ ਨਹੀਂ ਹੋ ਪਾ ਰਹੀ। ਔਰ ਇਹਦੇ ਨਾਲ ਦੀ ਨਾਲ ਅਗਰ ਆਪਾਂ ਗੱਲ ਕਰੀਏ ਕਿ ਜਿਹੜੀ ਕੇਂਦਰ ਸਰਕਾਰ ਹੈ, ਹੁਣ ਦੇਖੋ ਜਾਂ ਤਾਂ ਉਹਨਾਂ ਦੀ ਏਜੰਸੀਆਂ ਕੰਮ ਨਹੀਂ ਕਰਦੀਆਂ ਜਾਂ ਉਹ ਕਰਨਾ ਨਹੀਂ ਚਾਹੁੰਦੇ। ਹੁਣ ਰੀਜ਼ਨ ਇਹ ਆ ਕਿ ਅਗਰ ਇਹ ਚਾਈਨਾ ਤੋਂ 2019 ਦੇ ਵਿੱਚ ਸ਼ੁਰੂ ਹੋ ਗਿਆ ਸੀ ਤਾਂ 2020 'ਚ ਕੀ ਕਰ ਰਹੀ ਸੀ ਸਰਕਾਰ?
ਉਦੋਂ ਫਲਾਈਟਾਂ ਕਿਉਂ ਨਹੀਂ ਬੰਦ ਕੀਤੀਆਂ? ਦੇਖੋ ਨਿਊਜ਼ੀਲੈਂਡ ਆਸਟ੍ਰੇਲੀਆ ਬਾਰਡਰ ਬੰਦ ਨੇ, ਨਹੀਂ ਬਾਰਡਰ ਖੋਲ ਰਹੇ, ਹਾਲਾਂਕਿ ਉਹਨਾਂ ਦੀ ਅਰਨਿੰਗ ਹੈ, ਉਹ ਅਰਨਿੰਗ ਸੋਰਸ ਆਫ ਇਨਕਮ ਹੈ। ਉਹ ਸਟੂਡੈਂਟਸ ਜਦੋਂ ਜਾਂਦੇ ਨੇ ਉਹਨਾਂ ਨੇ ਬੰਦ ਕਰ ਦਿੱਤਾ, ਉਹਨਾਂ ਨੂੰ ਲੋਕ ਚਾਹੀਦੇ ਨੇ। ਟਰੂਡੋ ਸਾਹਿਬ ਨੇ 2-2 ਹਜ਼ਾਰ ਰੁਪਇਆ ਅਕਾਊਂਟ 'ਚ ਪਾ ਦਿੱਤਾ, 2-2 ਹਜ਼ਾਰ ਡਾਲਰ। ਇੱਥੇ ਕਿਸੇ ਨੂੰ ਕੁਝ ਨਹੀਂ ਮਿਲਿਆ। ਮਿਲਦੀਆਂ ਕੀ ਨੇ? ਪਹਿਲਾਂ ਹੱਥ ਜੋੜਦੇ ਨੇ, ਫਿਰ ਡਾਂਗਾ ਮਿਲਦੀਆਂ ਨੇ, ਤਾਂ ਲੋਕੀ ਰੋਹ ਵਿੱਚ ਆਉਣਗੇ। ਲੋਕਾਂ ਦੇ ਅੰਦਰ ਜਿਹੜਾ ਗੁੱਸਾ ਆਏਗਾ, ਗੁੱਸਾ ਆਉਣਾ ਸੁਭਾਵਿਕ ਹੈ। ਰੀਜ਼ਨ ਇਹੀ ਹੈ, ਜਾਂ ਤਾਂ ਫੈਸਿਲੀਟੇਟ ਕਰੋ, ਆਮ ਜਨਤਾ ਨੂੰ ਉਹੀ ਪ੍ਰਾਇੋਰਟੀ ਦਿਓ ਜਿਹੜੀ ਵੋਟਾਂ ਵੇਲੇ ਦਿੱਤੀ ਜਾਂਦੀ ਹੈ, ਜਾਂ ਫਿਰ ਕੋਈ ਵਿਚਲਾ ਰਾਹ ਲੱਭੋ। ਕਿਉਂਕਿ ਦੇਖੋ ਇਹ ਐਦਾਂ ਨਹੀਂ ਹੈ ਕਿ ਕਰੋਨਾ ਕੱਲ੍ਹ ਆ ਗਿਆ, ਕੱਲ੍ਹ 19 ਤਰੀਕ ਸੀ, ਅੱਜ ਪਿੱਛੇ 20 ਨਿਕਲ ਕੇ ਗਈ, ਹੁਣ ਮੋਰ 21 ਆ ਜਾਣੀ ਹੈ। ਇਹ 2019 'ਚ ਆਇਆ ਸੀ, ਮੈਂ ਈਅਰ ਦੀ ਗੱਲ ਕਰ ਰਿਹਾ, ਵਿੱਚ 20 ਨਿਕਲ ਗਿਆ, 2021 ਚੱਲ ਰਿਹਾ। ਇਸ ਪੂਰੇ ਟਾਈਮ ਪੀਰੀਅਡ ਦੌਰਾਨ ਸਰਕਾਰਾਂ ਨੇ ਕੀਤਾ ਕੀ? ਲੋਕ ਇਹੀ ਪੁੱਛ ਰਹੇ ਨੇ। ਨਾ ਤਾਂ ਆਕਸੀਜਨ ਦੇ ਪਲਾਂਟ ਲੱਗੇ ਨੇ। ਮੈਂ ਪਹਿਲਾਂ ਵੀ ਇੱਕ ਰਿਪੋਰਟ ਜਿਹੜੀ ਦੇ ਚੁੱਕਾ ਹਾਂ ਜੀ ਕਿ 162 ਆਕਸੀਜਨ ਪਲਾਂਟ ਲਗਾਉਣ ਦੀ ਗੱਲ ਸੀ, ਲੇਕਿਨ ਉਹ ਪਾਸ 83 ਦਾ ਪਤਾ ਹੀ ਨਹੀਂ ਕਿੱਥੇ ਗਏ ਨੇ। 42 ਪਾਸ ਹੋਏ ਨੇ, ਜਿਹੜੇ ਬਾਕੀ ਰਹਿੰਦੇ ਖੁੰਦੇ ਨੇ ਉਹ ਲੱਗੇ ਨੇ, ਆਕਸੀਜਨ ਉਹਦੀ ਵੀ ਨਹੀਂ ਪਹੁੰਚ ਲਈ। ਫਿਰ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਨੇ ਉਹ ਆਕਸੀਜਨ ਸਪਲਾਈ ਕਰ ਰਹੇ ਨੇ, ਫ੍ਰੀ 'ਚ ਦੇ ਰਹੇ ਨੇ, ਉਹ ਆਕਸੀਜਨ ਦੇ ਟਰੱਕ ਨੂੰ ਰਾਹ ਵੀ ਦੇ ਰਹੇ ਨੇ। ਤਾਂ ਫਿਰ ਅੱਤਵਾਦੀ ਜਿਹੜੇ ਕਿਸਾਨਾਂ ਨੂੰ ਜਿਵੇਂ ਕਿਹਾ ਜਾ ਰਿਹਾ, ਮੈਂ ਇੱਕ ਵਾਰੀ ਕਲੀਅਰ ਵੀ ਕਰਦਾ, ਕਰੈਕਟ ਵੀ ਕਰਦਾ, ਜਿਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਉਹ ਦੇਸ਼ ਦੇ ਹਮੈਤੀ ਨੇ, ਕਿ ਜਿਹਨਾਂ ਨੂੰ ਚੌਂਕੀਦਾਰ ਕਿਹਾ ਜਾਂਦਾ ਉਹ ਹਮੈਤੀ ਨੇ। ਵਰਕ ਕਿਹਨੇ ਕਰਨਾ? ਸ਼ੀਖਾ ਰੈਲੀਆਂ ਕਰਨੀਆਂ ਜ਼ਰੂਰੀ ਹੈ ਕਿ ਜਦੋਂ ਪਤਾ ਸਿਚੁਏਸ਼ਨ ਵਰਸਟ ਹੋ ਜਾਣੀ ਹੈ, ਸਿਚੁਏਸ਼ਨ ਹੱਥ 'ਚ ਨਹੀਂ ਆਉਣੀ, ਸੋਲਵ ਨਹੀਂ ਕੀਤੀ ਜਾਣੀ, ਤਾਂ ਉਦੋਂ ਕੋਵਿਡ-19 ਦੇ ਉੱਤੇ ਕੰਮ ਕਰਨਾ ਚਾਹੀਦਾ ਸੀ ਕਿ ਅਸੀਂ ਫਲਾਨੀ ਸਟੇਟ ਵੀ ਜਿੱਤ ਲੈਣੀ ਆ, ਫਲਾਨੀ ਸਟੇਟ ਵੀ ਜਿੱਤ ਲੈਣੀ ਆ, ਕਿ ਉਹਦੇ ਤੇ ਕੰਮ ਹੋਣਾ ਚਾਹੀਦਾ ਜੀ। ਸਵਾਲ ਜਨਤਾ ਦਾ ਇਹੀ ਹੈ। ਬਿਲਕੁਲ, ਯੂਕੇ ਦੇ ਵਿੱਚ ਵੀ ਸਥਿਤੀ ਬਹੁਤ ਨਾਜ਼ੁਕ ਸੀ ਉਸ ਵਕਤ, ਪਰ ਯੂਕੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕਵਰ ਕੀਤਾ ਤੇ ਇਸ ਵਕਤ ਉੱਥੇ ਜਿਹੜੇ ਹਾਲਾਤ ਨੇ ਬਹੁਤ ਸਹੀ ਨੇ। ਦੇਖੋ ਕੱਲ ਵੀ ਹੁਣ ਸਿਆਸੀ ਚੀਜ਼ਾਂ ਤਾਂ ਸਿਆਸੀ ਲੋਕ ਤਾਂ ਹਟਦੇ ਨਹੀਂ। ਕੱਲ ਬਾਜ਼ਾਰ ਗਰਮ ਰਿਹਾ ਜੀ, ਜਾਖੜ ਸਾਹਿਬ ਨੇ ਅਸਤੀਫਾ ਦੇ ਦਿੱਤਾ ਕਿ ਨਹੀਂ ਦਿੱਤਾ। ਜਾਖੜ ਸਾਹਿਬ ਦਾ ਅੱਜ ਫਿਰ ਬਿਆਨ ਆ ਗਿਆ ਕਿ ਸਾਨੂੰ ਜਿਹੜੀ ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ, ਸਾਨੂੰ ਆਕਸੀਜਨ ਨਹੀਂ ਪਹੁੰਚ ਰਹੀ। ਔਰ ਲੋਕ ਵੀ ਇੱਥੇ ਕਿਤੇ ਨਾ ਕਿਤੇ ਪੈਨਿਕ ਹੋ ਰਹੇ ਨੇ। ਅਸੀਂ ਵੀ ਪਹਿਲਾਂ ਕੋਵਿਡ ਦੀਆਂ ਬਹੁਤ ਨਿਊਜ਼ਸ ਪਾਉਂਦੇ ਸੀਗੇ, ਫਿਰ ਦੇਖਿਆ ਕਿ ਥੱਲੇ ਲੋਕ ਘਬਰਾ ਜਾਂਦੇ ਨੇ, ਤਾਂ ਉਹਨੂੰ ਇੱਕ ਅਸੀਂ ਬੜੇ ਜਿਹੜੇ ਸੁਲੱਖਣੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੁਹਿਰਦ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਆਮ ਜਨਤਾ ਅਵੇਅਰ ਹੋਵੇ, ਡਰੇ ਨਾ, ਪੈਨਿਕ ਨਾ ਹੋਵੇ। ਕਿਉਂਕਿ ਠੀਕ ਵੀ ਬਹੁਤ ਲੋਕ ਹੋ ਰਹੇ ਨੇ। ਔਰ ਇਹਦਾ ਹੱਲ ਇਹੀ ਹੈ ਕਿ ਆਪਾਂ ਦੇਖੋ ਹੱਥ ਕਿਸੇ ਦੇ ਨਾਲ ਨਾ ਮਿਲਾਈਏ, ਔਰ ਖਾਣ ਤੋਂ ਪਹਿਲਾਂ ਹਰ ਵੇਲੇ ਤਾਂ ਨਹੀਂ ਧੋ ਸਕਦੇ, ਕਿਉਂਕਿ ਮੈਂ ਕਈ ਵੀ ਰਿਪੋਰਟ ਪੜ੍ਹੀ ਸੀ, ਕਹਿੰਦੇ ਜ਼ਿਆਦਾ ਹੱਥ ਧੋਣ ਨਾਲ ਕੋਈ ਸਕਿਨ ਦੀ ਐਗਲੈਗਮੀਆ ਪਤਾ ਨਹੀਂ, ਉਹ ਵੀ ਮੈਂ ਕੋਈ ਜਿਹੜੀ ਬਿਮਾਰੀ ਉਹਦਾ ਨਾਮ ਹੈ, ਡਿਸੀਜ਼ ਦਾ ਨਾਮ ਆ ਐਗਲੀਜਮੀਆ। ਮੈਨੂੰ ਸੌਰੀ, ਮੈਂ ਅੱਛੀ ਤਰ੍ਹਾਂ ਪ੍ਰੋਨਾਊਂਸ ਨਹੀਂ ਕਰ ਰਿਹਾ, ਕਿਉਂਕਿ ਮੈਂ 4 ਦਿਨ ਪਹਿਲਾਂ ਰਿਪੋਰਟ ਪੜ੍ਹੀ ਸੀ। ਤਾਂ ਹੁਣ ਇਹ ਵੀ ਰਿਪੋਰਟਾਂ ਆ ਜਾਂਦੀਆਂ ਨੇ, ਇਹਦੇ ਵਿੱਚ ਵੀ ਪੈਸੇ ਕਮਾਈ ਹੋਣੀ ਹੈ ਕਿ ਜ਼ਿਆਦਾ ਹੱਥ ਨਾ ਧੋਵੋ, ਇਹਨਾਂ ਇਹ ਬਿਮਾਰੀ ਸ਼ੁਰੂ ਹੋ ਗਈ, ਤਾਂ ਲੋਕਾਂ ਨੂੰ ਦੂਜੇ ਪਾਸੇ ਵੀ ਸ਼ੁਰੂ ਕਰ ਦਿੱਤਾ। ਤਾਂ ਲੋਕ ਤਾਂ ਕਿਤੇ ਨਾ ਕਿਤੇ ਕਮਾਊ ਲੋਕਾਂ ਦੀ ਬਿਮਾਰੀਆਂ ਨੂੰ ਇੱਕ ਆਪਣੀ ਲਈ ਕਮਾਉਣਾ ਚਾਹੁੰਦੇ ਨੇ, ਕਿ ਬੰਦਾ ਕਿਸੇ ਤਰੀਕੇ ਬਿਮਾਰ ਹੋਵੇ ਤੇ ਅਸੀਂ ਅਰਨਿੰਗ ਕਰੀਏ। ਲੋਕ ਇਸ ਚੀਜ਼ ਤੋਂ ਘਬਰਾਉਂਦੇ ਨੇ। ਹੁਣ ਮੈਂ ਪਹਿਲਾਂ ਵੀ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਕੋਵਿਡ-19 ਦੇ ਦੌਰਾਨ 40 ਨਵੇਂ ਬਿਲੀਨੀਅਰ ਆਏ ਆ, ਅਰਬਪਤੀ ਬਣੇ ਆ, ਜਿਨ੍ਹਾਂ ਨੇ ਨਵੀਂ ਫੈਕਟਰੀਆਂ ਲਾਈਆਂ ਸੀ ਮਾਸਕ ਦੀਆਂ, ਸੈਨੀਟਾਈਜ਼ਰ ਦੀਆਂ। ਤਾਂ ਉਸ ਟਾਈਮ ਜਿਹੜੀ ਸਰਕਾਰ ਹੈ ਉਹ ਜਨਤਾ ਬਾਰੇ ਵੀ ਸੋਚ ਸਕਦੀ ਹੈ। ਤੁਸੀਂ ਦੇਖ ਸਕਦੇ ਹੋ PCR ਟੀਮ ਜਿਹੜੀ ਹੈ ਉਹ, ਮੈਂ ਚਾਹੁੰਦਾ ਕੈਮਰਾਮੈਨ ਦਿਖਾ ਦੇਣ, PCR ਟੀਮ ਜਿਹੜੀ ਉਹ ਬਾਜ਼ਾਰ ਵਿੱਚ ਆ ਗਏ ਨੇ। ਇੱਕ ਜ਼ਰੂਰ ਮੈਂ ਵਿਊ ਚਾਹੁੰਦਾ ਵੀਰੇ, ਆਪਾਂ ਵੀਡੀਓ ਨੂੰ ਰੈਪ ਅਪ ਕਰ ਦੇਣਾ। ਆਓ ਬੱਚੀ ਨੂੰ ਦਿਖਾਓ, ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਹੁਣ ਮੈਨੂੰ ਗਾਣਾ ਯਾਦ ਆ ਰਿਹਾ ਸੰਤ ਰਾਮ ਉਦਾਸੀ ਦਾ, ਕਿਤੇ ਬੰਦਾ ਜੰਮਦਾ ਸੀਰੀ ਹੈ। ਤਾਂ ਇਹਨਾਂ ਦਾ ਕਸੂਰ ਕੀ ਹੈ ਕਿ 73 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਹਾਲੇ ਵੀ ਇਹ ਅਗਰ ਇਹ ਗੁਰਬਤ ਦੀ ਜ਼ਿੰਦਗੀ ਬੱਚੀ ਬਤੀਤ ਕਰ ਰਹੀ ਹੈ, ਤਾਂ ਪਰਿਵਾਰ ਦਾ ਪਿਛੋਕੜ ਦੀ ਤਾਂ ਗੱਲ ਹੋ ਵੀ ਸਕਦੀ ਹੈ, ਲੇਕਿਨ ਸਰਕਾਰ ਕਿੱਥੇ ਹੈ? ਹਰ ਇੱਕ ਜਗ੍ਹਾ ਸਰਕਾਰ ਹੈ। ਤਾਂ ਇਸ ਬੱਚੀ ਦਾ ਕੀ ਕਸੂਰ ਹੈ? ਗੱਲ ਉਹੀ ਸੰਤ ਰਾਮ ਉਦਾਸੀ ਦੀ ਹੈ, ਕਿਤੇ ਬੱਚਾ ਜੰਮਦਾ ਕਿਉਂ ਸੀਰੀ ਹੈ? ਇਹਨਾਂ ਨੂੰ ਕਦੋਂ ਗਾਈਡ ਕਰਾਂਗੇ? ਇਹਨਾਂ ਦੀਆਂ ਨਸਲਾਂ ਕਦੋਂ ਆਬਾਦ ਹੋਣਗੀਆਂ? ਇਹ ਹਾਲੇ ਵੀ ਗੁਰਬਤ ਦੀ ਜ਼ਿੰਦਗੀ ਜੀ ਰਹੇ ਨੇ। ਜੀ ਵਜੇ ਤੁਹਾਨੂੰ ਗਾਣਾ ਕਿਹੜਾ ਯਾਦ ਆਇਆ ਸੀ? ਨਿੱਕੀ ਜੀ ਕੁੜੀ ਸਰਤਾਜ ਦਾ, ਉਹ ਸੀਗੀ ਵੀ ਉਹਦੇ ਵਰਗੀ, ਉਹਦੇ ਵਰਗੀ। ਹੁਣ ਅਸੀਂ ਚਾਹ ਕੇ ਵੀ ਇਹਨਾਂ ਨਾਲ ਹਮਦਰਦੀ ਕਿਵੇਂ ਕਰ ਸਕਦੇ ਹਾਂ? ਕਿਉਂਕਿ ਇਹਨਾਂ ਨੂੰ ਵੀ ਇਹ ਲੱਗਣਾ ਹੋਣਾ ਕਿ ਸ਼ਾਇਦ ਮੈਨੂੰ ਵੀਡੀਓ 'ਚ ਦਿਖਾ ਕੇ ਪਤਾ ਨਹੀਂ ਕੀ ਕਰ ਦੇਣਾ। ਬਟ ਇਹ ਫਰਜ਼ ਕਿਹਨਾਂ ਦੇ ਨੇ? ਇਹ ਫਰਜ਼ ਨਾ ਤਾਂ ਮੀਡੀਆ ਵਾਲਿਆਂ ਦੇ, ਨਾ ਸ਼ੌਪਕੀਪਰਸ ਦੇ ਨੇ। ਇਹ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਸੇਵਾ ਦਿਓ, ਇਹ ਫਰਜ਼ ਉਹਨਾਂ ਦੇ ਨੇ। ਜੀ ਤੁਸੀਂ ਜ਼ਰੂਰ ਇੱਕ ਵਾਰੀ ਆਮ ਜਨਤਾ ਨੂੰ ਸੰਬੋਧਨ ਕਰ ਦਿਓ ਥੋੜ੍ਹਾ ਜਿਹਾ। ਮੈਂ ਜ਼ਰੂਰ ਇੱਕ ਵਾਰੀ ਟੀਮ ਨਾਲ ਸਲਾਹ ਕਰ ਲੈਣਾ, ਵੀਡੀਓ ਨੂੰ ਲੰਬਾ ਕਰਨਾ ਹੈ ਕਿ ਅਸੀਂ ਇੱਥੇ ਵੀਡੀਓ ਨੂੰ ਰੈਪ ਅਪ ਕਰ ਦੇਣਾ, ਕਿਉਂਕਿ ਪ੍ਰਵੀਨ ਪਾਟਿਆ ਜੀ ਨੇ ਕਹਿ ਦਿੱਤਾ ਹੈ ਕਿ 5 ਵਜੇ ਦੁਕਾਨਾਂ ਬੰਦ ਹੋਣਗੀਆਂ। ਇਹ ਜਿਹੜੇ ਨਿਯਮ ਲਾਗੂ ਕੀਤੇ ਗਏ ਨੇ ਸਰਕਾਰ ਵੱਲੋਂ, ਅੱਜ ਥੋੜੀ ਰਾਹਤ ਮਿਲੇਗੀ, ਕਿਉਂਕਿ ਪੀਪਲ ਵਰ ਨਾਟ ਅਵੇਅਰ, ਸ਼ੌਪਕੀਪਰਸ ਵਰ ਨਾਟ ਅਵੇਅਰ ਕਿ 6 ਵਜੇ ਬੰਦ ਹੋਣੀਆਂ ਦੁਕਾਨਾਂ ਕਿ 5 ਵਜੇ ਹੋਣੀਆਂ।
ਲੇਕਿਨ ਇਹ ਚੀਜ਼ ਡਨ ਹੋ ਗਈ ਆ, ਪੱਕੀ ਹੋ ਗਈ ਆ ਕਿ ਦੁਕਾਨਾਂ 5 ਵਜੇ ਹੀ ਬੰਦ ਹੋਣੀਆਂ ਨੇ। 6 ਵਜੇ ਤੱਕ ਆਪਣੇ ਆਪਣੇ ਟਿਕਾਣੇ ਤੇ ਪਹੁੰਚਣਾ ਹੈ, ਆਪਣੇ ਘਰ ਪਹੁੰਚਣਾ ਹੈ। ਜੀ ਸ਼ਿਖਾ, ਤੁਸੀਂ ਟਿੱਪਣੀ ਇੱਕ ਅੱਧੀ ਕੋਈ ਯਾਦ ਆ ਰਹੀ ਤਾਂ ਸਾਂਝੀ ਕਰ। ਸੋ ਬਿਲਕੁਲ ਇਹ ਜੋ ਲੋਕ ਇਹੀ ਕਹਿੰਦੇ ਨੇ ਕਿ ਸਰਕਾਰਾਂ ਹੀ ਨੇ ਇਸ ਦੀਆਂ ਜਿਹੜੀਆਂ ਜ਼ਿੰਮੇਵਾਰ ਨੇ, ਸਰਕਾਰਾਂ ਹੀ ਨੇ, ਤੇ ਸਰਕਾਰਾਂ ਨੂੰ ਹੀ ਚਾਹੀਦਾ ਹੈ ਕਿ ਇਹ ਠੱਲ ਪਾਵੇ, ਕਿਉਂਕਿ ਲੋਕਾਂ ਦੀਆਂ ਨਜ਼ਰਾਂ ਸਿਰਫ ਸਰਕਾਰਾਂ ਤੇ ਹੀ ਡਟੀਆਂ ਹੋਈਆਂ ਨੇ ਤੇ ਸਰਕਾਰਾਂ ਨੂੰ ਹੀ ਜ਼ਿੰਮੇਵਾਰ ਜਿਹੜਾ ਖੜਾ ਕਰਦੇ ਨੇ। ਜਿਹੜੇ ਲੋਕ ਨੇ ਸਰਕਾਰਾਂ ਨੂੰ ਹੀ ਜ਼ਿੰਮੇਵਾਰ ਖੜਾ ਕਰਦੇ ਨੇ ਤੇ ਸਰਕਾਰਾਂ ਨੂੰ ਹੀ ਕਹਿੰਦੇ ਨੇ ਕਿ ਤੁਸੀਂ ਜੇਕਰ ਦੇਸ਼ ਨੂੰ ਨਹੀਂ ਸਾਂਭ ਸਕਦੇ ਤਾਂ ਫਿਰ ਕੋਈ ਹੋਰ ਤਰੀਕਾ ਲੱਭ ਲਓ। ਸੋ ਇਹ ਸੀਗੀਆਂ ਇਹਦੀਆਂ ਤਾਜ਼ਾ ਅਪਡੇਟ ਤੇ ਹੋਰ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਮੈਂ ਦੇਖਦੇ ਜ਼ਰੂਰ ਚਾਹੁੰਦਾ ਵੀਡੀਓ ਨੂੰ ਰੈਪ ਅਪ ਤਾਂ ਕਰ ਦਿੱਤਾ ਸ਼ੀਖਾ ਨੇ। ਇੱਕ ਵਾਰੀ 360 ਚ ਪੂਰਾ ਸ਼ਹਿਰ ਦਾ ਜਿਹੜੇ ਵਿਊ ਦਿਖਾ ਸਕਦੇ ਹੋ ਦਿਖਾ ਦਿਓ ਕੈਮਰਾਮੈਨ, ਸਲੋ ਜ਼ਰੂਰ ਦਿਖਾ ਦਿਓ। ਔਰ ਅਸੀਂ ਪਿੱਛੇ ਨੂੰ ਚੱਲਦੇ ਹਾਂ। ਵਿਜੇ ਨੂੰ ਮੈਂ ਜ਼ਰੂਰ ਕਹੂੰਗਾ, ਵਿਜੇ ਤੁਸੀਂ ਮੈਨੂੰ ਫੋਲੋ ਕਰ ਦਿਓ ਇੱਕ ਵਾਰੀ ਜ਼ਰੂਰ, ਆਪਾਂ ਪਿੱਛੇ ਨੂੰ ਚੱਲੀਏ। ਔਰ ਵੀਡੀਓ ਡੈਫੀਨੇਟਲੀ ਅਸੀਂ ਹੁਣ ਇੱਥੇ ਨੂੰ ਰੈਪ ਅਪ ਕਰਨੇ ਆ। ਪਰ ਆਮ ਜਨਤਾ ਦਾ ਕੋਈ ਕਸੂਰ ਨਹੀਂ ਹੈ, ਸਰਕਾਰ ਵੀ ਜ਼ਰੂਰ ਇਹਨਾਂ ਦਾ ਸਾਥ ਦੇਣਾ ਚਾਹੁੰਦੀ ਹੈ, ਲੇਕਿਨ ਸਰਕਾਰ ਨੂੰ ਹਾਲੇ ਤੱਕ ਕੋਈ ਰਾਹ ਨਜ਼ਰ ਨਹੀਂ ਆਇਆ। 4.5 ਸਾਲ ਹੋ ਗਏ ਨੇ, ਕੋਵਿਡ-19 ਨੂੰ ਤਕਰੀਬਨ 1.5 ਸਾਲ ਹੋ ਗਿਆ ਹੈ, ਰਾਹ ਕਿਸੇ ਨੂੰ ਕੋਈ ਨਜ਼ਰ ਨਹੀਂ ਆ ਰਿਹਾ। ਤਾਂ ਸ਼ਾਇਦ ਇਹ ਰਾਹ ਰੱਬ ਨੇ ਹੀ ਲੱਭਣਾ ਕਿ ਉਹ ਇਸੇ ਕਰਕੇ ਕਿਹਾ ਜਾਂਦਾ ਹੈ ਆਵੀਂ ਨਾ ਬਾਬਾ ਨਾਨਕਾ, ਆਵੀਂ ਬਾਬਾ ਨਾਨਕਾ। ਪਰ ਉਹ ਬਾਣੀ 'ਚ ਪਹਿਲੇ ਲਿਖ ਚੁੱਕੇ ਨੇ ਕਿ ਅਸੀਂ ਬੈਲੈਂਸ ਕਰਨਾ ਹਰ ਇੱਕ ਚੀਜ਼ ਨੂੰ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਤਾਂ ਅਸੀਂ ਹਰ ਇੱਕ ਚੀਜ਼ ਨੂੰ ਬੈਲੈਂਸ ਕਰਨਾ ਹੈ, ਜੋ ਢੁਕਵਾਂ ਲੱਗੇ, ਜੋ ਉਚਿਤ ਲੱਗੇ, ਹਰ ਚੀਜ਼ ਨੂੰ ਪਰਖ ਕੇ ਵਿਚਾਰ ਕੇ ਕਰਨਾ ਹੈ, ਆਪਣੀ ਸੋਚ ਤੇ ਸਮਝ ਮੁਤਾਬਕ ਕਰਨਾ ਹੈ। ਤੁਸੀਂ ਬਣੇ ਰਹਿਣਾ ਜੀ ਵੀਵਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀਰ ਦਿਨੇਸ਼ ਸੂਰੀਆ ਦੇਖੋ ਸ਼ਾਪ ਬੰਦ ਹੋ ਗਈ ਹੈ ਜੀ, ਵਧਾ ਦਿੱਤੀ ਅਸੀਂ ਕਹਿੰਦੇ, ਕਿਉਂਕਿ ਇਹ ਬੰਦ ਸ਼ਬਦ ਜਿਹੜਾ ਯੂਜ਼ ਨਹੀਂ ਕਰਦੇ, ਤਾਂ ਸ਼ਾਪ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ। ਸੋ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਹਾਂ। ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਕੋਠੀ ਰੋਡ ਤੋਂ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਹਾਜ਼ਰ ਹੁੰਦੇ ਹਾਂ। ਤੁਸੀਂ ਆਪਣੇ ਕਮੈਂਟਸ, ਆਪਣੀ ਟਿੱਪਣੀਆਂ, ਆਪਣੇ ਸੁਝਾਅ ਮੈਸੇਂਜਰ ਤੇ ਭੇਜ ਦਿਆ ਕਰੋ, ਆਪਾਂ ਜੁੜੇ ਰਹਾਂਗੇ। ਸਤਿ ਸ਼੍ਰੀ ਅਕਾਲ।